ਸਾਂਝੇ ਸਿਵਲ ਕੋਡ ਦੇ ਮੁੱਦੇ ਤੇ ਵਿਰੋਧੀ ਧਿਰਾਂ ਦਾ ਇੱਕ ਆਪਣਾ ਨਜ਼ਰੀਆ ਹੈ, ਹਾਕਮ ਧਿਰ ਦਾ ਆਪਣਾ ਨਜ਼ਰੀਆ ਹੈ। ਵੱਖਰੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਹਾਕਮ ਧਿਰ ਹੈ ਆਮ ਆਦਮੀ ਪਾਰਟੀ, ਉਸ ਵੱਲੋਂ ਸਾਂਝੇ ਸਿਵਲ ਕੋਡ ਦੀ ਹਮਾਇਤ ਕੀਤੀ ਗਈ ਹੈ। ਉਹ ਭਾਰਤੀ ਜਨਤਾ ਪਾਰਟੀ ਦਾ ਚੋਣ ਮੈਨੀਫੈਸਟੋ ਦੇ ਵਿੱਚ ਵੀ ਸਾਡਾ ਇਹ ਵਾਅਦਾ ਸੀਗਾ ਕਿ ਯੂਨੀਫਾਰਮ ਸਿਵਲ ਕੋਡ ਲਿਆਵਾਂਗੇ। ਉਹ ਉਸੇ ਦਿਸ਼ਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਸਾਡੇ ਪ੍ਰਧਾਨ ਮੰਤਰੀ ਜੀ ਅੱਗੇ ਵਧ ਰਹੇ ਨੇ। ਇਹਦੇ ਨਾਲ ਦੇਖੋ ਅਕਾਲੀ ਦਲ ਦੀ ਮੈਨੂੰ ਨਹੀਂ ਪਤਾ ਕੀ ਸਮੱਸਿਆ ਇਹਦੇ ਨਾਲ, ਪਰ ਇਹਦੇ ਨਾਲ ਅਕਾਲੀ ਦਲ ਤੱਕ ਕੋਈ ਨਾ ਰਾਜਸੀ ਨਾ ਧਾਰਮਿਕ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਜਾ ਰਿਹਾ। ਤੁਸੀਂ ਆਪਣੀ ਵੱਲੋਂ ਐਲਾਨ ਕਿਵੇਂ ਕਰੀ ਜਾਓਗੇ ਦੂਜਿਆਂ ਦੇ ਬਿਹਾਫ ਤੇ? ਵੀ ਉਸ ਕਮਿਊਨਿਟੀ ਵੱਲੋਂ ਪਹਿਲਾਂ ਕੰਸੈਂਟ ਲਓ, ਉਹਨਾਂ ਨਾਲ ਗੱਲ ਕਰੋ, ਫਿਰ ਪਤਾ ਲੱਗੂਗਾ ਤੁਹਾਨੂੰ ਕਿ ਉਹ ਚਾਹੁੰਦੇ ਆ ਨਹੀਂ ਚਾਹੁੰਦੇ, ਕਿੰਨਾ ਚਾਹੁੰਦੇ। ਨਹੀਂ ਤੇ ਦੇਸ਼ ਦੇ ਵਿੱਚ ਇਹੋ ਜਿਹੀ ਅਫਰਾ ਤਫਰੀ ਪਊਗੀ ਚੋਣਾਂ ਦੇ ਦੌਰਾਨ। ਮੈਨੂੰ ਲੱਗਦਾ ਕਿ ਇਹ ਇੱਕ ਇਹੋ ਜਿਹੀ ਚੀਜ਼ ਲੈ ਆਂਦੀ ਆ ਜਿਹਦੇ ਨਾਲ ਜਿਹੜਾ ਆਪਾਂ ਲਗਾਤਾਰ ਅੜੀਕ ਹੀ ਰਹੇ ਸੀ ਸਿੱਧੂ ਸਾਹਿਬ ਕਿ ਪਤਾ ਨਹੀਂ ਐਤਕੀ ਕਿਹੜੀ ਗੁਗਲੀ ਸੁੱਟਣਗੇ। ਆਹ ਗੁਗਲੀ ਸੁੱਟਣੀ ਸੀ ਦੇਸ਼ ਨੂੰ ਪੋਲਰਾਈਜ਼ ਕਰਨ ਲਈ, ਧਰੂਵੀਕਰਨ ਕਰਨ। ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਇਹ ਪਹਿਲਾਂ ਤੋਂ ਇਹਨਾਂ ਨੇ ਵੋਟਾਂ ਲੈਣ ਵਾਸਤੇ ਜਿਹੜੀ ਉਦੋਂ ਗੇਮਾਂ ਚਲਾਈਆਂ ਤੇ ਇਹਨਾਂ ਨੂੰ ਵੋਟਾਂ ਪੈ ਗਈਆਂ, ਸਰਕਾਰ ਬਣ ਗਈ। ਹੁਣ ਇਹਨਾਂ ਨੇ ਪੰਜਾਬ ਤੋਂ ਜਾਂ ਕਿਸੇ ਮਿਨੋਰਟੀ ਤੋਂ ਜਾਂ ਸਿੱਖਾਂ ਤੋਂ ਕਿਸੇ ਤੋਂ ਕੁਝ ਨਹੀਂ ਲੈਣਾ। ਇਹ ਲੋਕ ਨਹੀਂ ਇਹਨਾਂ ਚੀਜ਼ਾਂ ਨੂੰ ਸਮਝਣਗੇ। ਸ਼੍ਰੋਮਣੀ ਅਕਾਲੀ ਦਲ ਇੱਕ ਨੁਮਾਇੰਦਾ ਜਥੇਬੰਦੀ ਹੈ, ਇੱਕ ਮਿਨੋਰਟੀ ਨੂੰ ਉਹ ਰਿਪਰੈਜ਼ੈਂਟ ਕਰਦਾ ਸ਼੍ਰੋਮਣੀ ਅਕਾਲੀ ਦਲ, ਤੇ ਹੱਕ ਬਣਦਾ। ਕਿਉਂਕਿ ਮੈਂ ਨਾਰੰਗ ਸਾਹਿਬ ਦੀ ਗੱਲ ਸੁਣ ਰਿਹਾ ਸੀ, ਇਹਨਾਂ ਨੇ ਆਰਟੀਕਲ 44 ਦਾ ਜ਼ਿਕਰ ਕੀਤਾ ਪਰ 37 ਦਾ ਨਹੀਂ ਕੀਤਾ। ਉਹਦੇ 'ਚ ਸਟੇਟ ਜਿਹੜਾ ਹੈਗਾ, ਸਟੇਟ ਨੇ ਦੇਖਣਾ ਕਿ ਉਹ ਕਿਸ ਤਰ੍ਹਾਂ ਕਰਨਾ ਹੈ। ਇਹ ਜਿਹੜੀ ਆਪਣਾ ਦੇਸ਼ ਹੈ ਇੱਕ ਗੁਲਦਸਤਾ ਬਣਿਆ, ਔਰ ਜਿਹੜਾ ਕਨਸਟੀਟਿਊਸ਼ਨ ਹੈ ਉਹ ਵੀ ਇਹ ਚੀਜ਼ਾਂ ਦੇਖ ਕੇ ਬਣਿਆ। ਇੱਕੋ ਦਮ ਇਹ ਚੀਜ਼ ਕਰਨੀ, ਇਹ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਠੀਕ ਹੈ। ਅਗਰ ਇਹੋ ਜਿਹਾ ਕੁਝ ਕਰਨਾ ਹੈ, ਪਹਿਲਾਂ ਜਿਹੜੀਆਂ ਮਿਨੋਰਟੀਜ਼ ਹੈਗੀਆਂ ਨੇ, ਜੋ ਸਮਾਜਿਕ ਕਦਰਾਂ ਕੀਮਤਾਂ ਹੈਗੀਆਂ, ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਨੂੰ ਪੁੱਛ ਕੇ, ਉਹਨਾਂ ਨਾਲ ਰਾਏ ਮਸ਼ਵਰਾ ਕਰਕੇ, ਉਹਨਾਂ ਦੀਆਂ ਕੰਸੈਂਟ ਲੈ ਕੇ ਕਿ ਤੁਹਾਨੂੰ ਕੀ ਚਾਹੀਦਾ, ਫਿਰ ਇਹ ਗੱਲ ਹੁੰਦੀ ਹੈ। ਇਹਦੇ ਤੇ ਬੜੀ ਡਿਬੇਟ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਿਨੋਰਟੀ ਨੂੰ ਰਿਪਰੈਜ਼ੈਂਟ ਕਰਦਾ। ਸੋ ਗਵਰਨਮੈਂਟ ਦੀ ਪ੍ਰਾਇੋਰਟੀ ਹੰਗਰ ਰੈਡੀਕੇਟ ਨਹੀਂ ਕਰਨਾ ਹੈਗੀ। ਗਵਰਨਮੈਂਟ ਦੀ ਪ੍ਰਾਇੋਰਟੀ ਜਿਹੜੀ ਆ ਇਲੈਕਸ਼ਨ ਕਿਵੇਂ ਜਿੱਤਣੀ ਹੈ। ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਕਿ ਹਿੰਦੂ ਰਾਸ਼ਟਰ ਵੱਲ ਵਧਾ ਕੇ ਵੋਟਾਂ ਪੋਲਰਾਈਜ਼ ਕਰਨ ਦੀ ਜਿਹੜੀ ਗੱਲ ਹੈ, ਐਨ ਇਲੈਕਸ਼ਨਾਂ ਤੋਂ ਪਹਿਲਾਂ ਇਹ ਮੁੱਦਾ ਜਿਹੜਾ ਸਿੱਟਿਆ ਗਿਆ, ਇਹ ਯੂਨੀਫਾਰਮ ਸਿਵਲ ਕੋਡ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇਹਨਾਂ ਦਾ ਜਿਹੜਾ ਮੇਨ ਟਾਰਗੇਟ ਹੈਗਾ ਇੱਕ ਹਿੰਦੂ ਵੋਟ ਬੈਂਕ ਨੂੰ ਪੋਲਰਾਈਜ਼ ਕਰਨਾ ਹੈਗਾ, ਜਿਹੜੀ ਮੰਦਭਾਗੀ ਗੱਲ ਹੈ। ਬਿਹਤਰ ਇਹ ਹੁੰਦਾ ਇਹ ਹੰਗਰ ਵੱਲ ਦੇਖਦੇ, ਐਜੂਕੇਸ਼ਨ ਵੱਲ ਦੇਖਦੇ, ਹੋਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਕਰਦੇ। ਲੇਕਿਨ ਉਹ ਸਾਰਿਆਂ ਨੂੰ ਜਿੰਨੀਆਂ ਆਪਣੀਆਂ ਨਲਾਇਕੀਆਂ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਲੁਕਾਉਣ ਲਈ ਇਹਨਾਂ ਨੇ ਨਵਾਂ ਇੱਕ ਸ਼ੋਸ਼ਾ ਛੱਡਤਾ ਹੈ। ਤੇ ਇਹਦੇ ਜਿਹੜੇ ਮਤਲਬ ਰਿਜ਼ਲਟ ਜਿਹੜਾ ਹੈਗਾ ਉਹ ਠੀਕ ਨਹੀਂ ਹੋਏਗਾ, ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ। ਇੱਕ ਗੱਲ ਹੋਰ ਮੈਂ ਇਹਨਾਂ ਨੂੰ ਇਹ ਪੁੱਛਣੀ ਚਾਹੁੰਦਾ ਹਾਂ ਕਿ ਦੁਬਾਰਾ 370 ਨੂੰ ਜਿਹੜਾ ਕਲੇਮ ਕਰਕੇ ਕ੍ਰੈਡਿਟ ਲੈਣਾ ਚਾਹੁੰਦੇ ਆ। ਮੈਂ ਇਹਨਾਂ ਨੂੰ ਮੇਰੀ ਇਹ ਕੰਟੈਂਸ਼ਨ ਹੈਗੀ ਹੈ ਕਿ ਹਿੰਦੁਸਤਾਨ 1947 'ਚ ਆਜ਼ਾਦ ਹੋਇਆ ਤੇ ਕਸ਼ਮੀਰ ਦੀ ਇੰਟੀਗ੍ਰੇਸ਼ਨ 1948 'ਚ ਹੋਈ ਹੈ, ਤੇ ਉਦੋਂ 370 ਜਿਹੜੀ ਲਾਗੂ ਕੀਤੀ ਗਈ ਹੈ। ਕੀ 370 ਲਾਗੂ ਕਰਨ ਵਾਲੇ ਵਿਲਨ ਸੀਗੇ ਜਾਂ 370 ਨੂੰ ਤੋੜਨ ਵਾਲੇ ਵਿਲਨ ਹੈ? ਜੇ ਤੁਸੀਂ ਇਹ ਸੋਚ ਕੇ ਦੇਖੋ ਕਿ ਇਸ ਪ੍ਰਚਾਰ ਦੇ ਵਿੱਚ ਰਾਜਨਾਥ ਦੇ ਇੱਕ ਐਡੇ ਵੱਡੇ ਮਿਨਿਸਟਰ ਦੇ ਪੱਧਰ ਤੇ ਜੋ ਕਹਿ ਰਹੇ ਉਹਦੇ 'ਚ ਸੱਚਾਈ ਕਿੰਨੀ ਆ? ਸੱਚਾਈ ਇਸ ਕਰਕੇ ਨਹੀਂ ਕਿ ਨੇਚਰ ਦੇ ਵਿੱਚ ਮੈਜੋਰਿਟੀ ਮੇਲ ਪੈਦਾ ਹੁੰਦੇ ਆ, ਮਿਨੋਰਿਟੀ ਔਰਤਾਂ ਪੈਦਾ ਹੁੰਦੀਆਂ। ਤੇ ਜੇ ਇੱਕ ਚਾਰ ਨਾ ਕੱਢ ਲਓ, ਬਾਕੀ ਤਿੰਨ ਬਚ ਨਹੀਂ ਜਾਣਗੇ? ਬਾਕੀ ਤਿੰਨ ਤੇ ਛੜੇ ਵੀ ਤੇ ਰਹਿ ਜਾਣਗੇ। ਤੁਸੀਂ ਐਵੇਂ ਇੱਕ ਪ੍ਰਚਾਰ ਕਰਨ ਲਈ ਕਿਸੇ ਦੇ ਵਿਰੁੱਧ ਇਸ ਕਿਸਮ ਦਾ ਕਰਦੇ ਆ, ਇਹ ਉਹਨਾਂ ਦੇ ਬਲਦੀ ਤੇ ਅਗਲਿਆਂ ਦੇ ਧਾਰਮਿਕ ਅਕੀਦਿਆਂ ਨੂੰ ਚੇੜ ਕੇ, ਉਹਨਾਂ ਨੂੰ ਜ਼ਖਮ ਕਰਕੇ, ਤੁਸੀਂ ਕਿਸੇ ਦੂਸਰੇ ਲੋਕਾਂ ਨੂੰ ਖੁਸ਼ ਕਰਕੇ ਇਸ ਕਿਸਮ ਦੀ ਦੇਸ਼ ਦੇ ਵਿੱਚ ਜ਼ਹਿਰ ਤੇ ਨਫ਼ਰਤ ਦੀ ਰਾਜਨੀਤੀ ਇਹ ਬਣੂਗੀ। ਤੁਸੀਂ ਦੇਖਦੇ ਰਹੇ ਹੋ। ਅਸੀਂ ਤੇ ਮਤਲਬ ਇਹਨਾਂ ਨੂੰ ਮੁਸਲਿਮ ਕਮਿਊਨਿਟੀ ਦੀ ਜ਼ਿਆਦਾ ਤਕਲੀਫ ਆ, ਇਹ ਨਹੀਂ ਦੱਸ ਸਕੇ ਤੁਹਾਡੇ ਚੈਨਲ ਤੇ ਬੈਠ ਕੇ ਕਿ ਇਹਦੇ ਵਿੱਚ ਸਿੱਖਾਂ ਨੂੰ ਕੀ ਖਤਰਾ ਆ। ਬੰਦਿਆਂ ਨਹੀਂ ਯਾਰ, ਮੈਂ ਇੰਡੀਅਨਸ ਦੀ ਗੱਲ ਕਰ ਰਿਹਾ। ਮੈਨੂੰ ਹਿੰਦੂ ਸਿੱਖ ਨਾਲ ਕੋਈ ਮਤਲਬ ਨਹੀਂ ਹੈਗਾ, ਉਹ ਸਾਰੇ ਸਿਟੀਜ਼ਨ ਆ। ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ। ਚਲੋ ਮੈਂ ਤੁਹਾਨੂੰ ਕਰੈਕਟ ਗੱਲ ਆਪਾਂ ਇਹ ਸਮਝੀਏ, ਗੱਲ ਨੂੰ ਆਪਾਂ ਸਮਝੀਏ ਕਿ ਗੱਲ ਆਪਾਂ ਜਿਹੜੇ ਮੁੱਦੇ ਤੇ ਆਪਾਂ ਪੰਜਾਬ 'ਚ ਬੈਠੇ ਆ, ਪੰਜਾਬ ਤੇ ਇੰਪੈਕਟ ਦੀ ਗੱਲ ਕਰ ਰਹੇ ਆ। ਜੇ ਤਾਂ ਸਿੱਖਾਂ ਦਾ ਕੋਈ ਹੱਕ ਖੋਇਆ ਜਾ ਰਿਹਾ, ਜੇ ਕੋਈ ਸਿੱਖਾਂ ਦਾ ਨੁਕਸਾਨ ਕੀਤਾ ਜਾ ਰਿਹਾ, ਤਾਂ ਮੈਂ ਇਹਨਾਂ ਦੀ ਗੱਲ ਆਪਾਂ ਉੱਥੇ ਕਹਿ ਸਕਦੇ ਹਾਂ ਕਿ ਇਸ ਚੀਜ਼ 'ਤੇ ਸੰਸ਼ੋਧਨ ਕਰ ਦਿਓ। ਉਹ ਜਿਹੜੀ ਮਨਜੀਤ ਸਿੰਘ ਜੀ ਬਾਰ-ਬਾਰ ਗੱਲ ਕਰਦੇ ਨੇ ਜੰਮੂ ਕਸ਼ਮੀਰ ਦੀ, ਮੇਰੇ ਨਾਲ ਚੱਲਣ, ਮੈਂ ਇਹਨਾਂ ਨੂੰ ਦਿਖਾਉਂਦਾ ਜੰਮੂ ਕਸ਼ਮੀਰ ਦੇ ਹਾਲਾਤ ਧਾਰਾ 370 ਤੋਂ ਪਹਿਲਾਂ ਦੇ ਕਿਹੜੇ ਸੀਗੇ ਤੇ ਹੁਣ ਕਿੱਦਾਂ ਦੇ ਆ। ਲੋਕਾਂ ਦਾ ਉੱਥੇ ਹਾਲ ਕੀ ਸੀਗਾ? ਸਾਰੇ ਪੈਸੇ ਫਾਰੂਕ ਅਬਦੁੱਲਾ ਦੀ ਪਾਰਟੀ ਖਾ ਜਾਂਦੀ ਸੀ।
ਅਸੀਂ ਤਾਂ ਉਸ ਨੂੰ ਰੋ ਰਹੇ ਹਾਂ ਵੀ ਸਾਨੂੰ ਵੱਖਰਾ ਬਣਾਓ, ਇਹ ਕਹਿ ਰਹੇ ਨਹੀਂ ਅਸੀਂ ਸਾਰਿਆਂ ਨੂੰ ਯੂਨੀਫਾਰਮ ਕਰ ਦੇਣਾ। ਸੋ ਇਹ ਮਤਲਬ ਇੱਧਰ ਨੂੰ ਨਹੀਂ ਗੱਲ ਜਾਣੀ ਚਾਹੀਦੀ। ਮੇਰੀ ਬੇਨਤੀ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਇਹੀ ਹੈ ਕਿ ਆਪਣੀ ਲੀਡਰਸ਼ਿਪ ਨੂੰ ਇਹ ਸਮਝਾਉਣ ਕਿ ਇੱਧਰ ਨੂੰ ਆਪਾਂ ਨਾ ਚੱਲੀਏ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਾਂਝੇ ਸਿਵਲ ਕੋਡ ਦੇ ਮੁੱਦੇ ਤੇ ਦੇਸ਼ ਅੰਦਰ ਭਾਖਵੀਂ ਬਹਿਸ, ਖਾਸ ਤੌਰ ਤੇ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਪੰਜਾਬ 'ਚ ਇਸ ਮਾਮਲੇ ਤੇ ਚਾਹੇ ਧਾਰਮਿਕ ਖੇਤਰ ਹੋਵੇ, ਚਾਹੇ ਰਾਜਸੀ ਖੇਤਰ ਹੋਵੇ, ਸਮਾਜਿਕ ਖੇਤਰ ਹੋਵੇ, ਇਸ ਮੁੱਦੇ ਨੂੰ ਲੈ ਕੇ ਇੱਕ ਵੱਡੀ ਚਰਚਾ ਸਾਂਝੇ ਸਿਵਲ ਕੋਡ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਜੇ ਇੱਕ ਪਰਿਵਾਰ ਦੇ ਵਿੱਚ ਦੋ ਕਾਨੂੰਨ ਨਹੀਂ ਚੱਲ ਸਕਦੇ ਤਾਂ ਇੱਕ ਦੇਸ਼ ਕਿਵੇਂ ਦੋ ਕਾਨੂੰਨਾਂ ਨਾਲ ਚੱਲ ਸਕਦਾ ਹੈ। ਉਹ ਕਹਿੰਦੇ ਜਿਹੜੀਆਂ ਰਾਜਸੀ ਧਿਰਾਂ ਨੇ ਪਿਛਲੇ ਸਮੇਂ 'ਚ ਇਸ ਮਾਮਲੇ ਨੂੰ ਅਣਗੌਲਿਆ ਕੀਤਾ, ਉਹ ਵੋਟਾਂ ਦੀ ਰਾਜਨੀਤੀ ਕਰਦੀਆਂ ਰਹੀਆਂ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਅਗਲੇ ਸਾਲ ਆ ਰਹੀਆਂ, ਭਾਜਪਾ ਦਾ ਇਹ ਚੋਣ ਪਤਾ ਹੈ। ਜਦੋਂ ਸੰਵਿਧਾਨ ਦੀ ਬਣਤਰ ਹੋਈ ਤਾਂ ਸੰਵਿਧਾਨ ਦੇ ਘਾੜੇ ਸੀ, ਉਸ ਵੇਲੇ ਵੀ ਇਸ ਮਾਮਲੇ ਦਾ ਜ਼ਿਕਰ ਆਇਆ। ਬਿਲਕੁਲ ਸਹੀ ਹੈ, ਪਰ ਇਹ ਵੀ ਸਹੀ ਹੈ ਕਿ ਸਾਡਾ ਦੇਸ਼ ਜਿਸ ਤਰ੍ਹਾਂ ਦਾ ਵਿਭਿੰਨਤਾ ਵਾਲਾ ਦੇਸ਼ ਹੈ, ਵੱਖ-ਵੱਖ ਧਰਮ, ਵੱਖ-ਵੱਖ ਬੋਲੀਆਂ, ਵੱਖ ਸੱਭਿਆਚਾਰ, ਇਸ ਮੁੱਦੇ 'ਤੇ ਸਾਰਿਆਂ ਨੂੰ ਭਰੋਸੇ ਅਤੇ ਸੰਜੀਦਗੀ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ। ਕਈ ਵਾਰ ਕਾਲ ਵਿੱਚ ਲਏ ਗਏ ਫੈਸਲੇ ਕਈ ਗਲਤ ਸੁਨੇਹੇ ਦਿੰਦੇ ਆ। ਇਹਨਾਂ ਮੁੱਦਿਆਂ ਦੇ ਪੈਨਲ 'ਚ ਮੇਰੇ ਨਾਲ ਚਰਚਾ ਜਿਹੜੇ ਸਾਡੇ ਮਹਿਮਾਨ ਜੁੜੇ ਹੈ, ਭਾਰਤੀ ਜਨਤਾ ਪਾਰਟੀ ਦੇ ਜਾਣੇ ਪਹਿਚਾਣੇ ਕਦਾਵਰ ਚਿਹਰੇ ਨੇ ਲੋਕੇਸ਼ ਨਾਰੰਗ ਜੀ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ KS ਮਠਾੜੂ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸਿੱਖ ਭਾਈਚਾਰੇ ਦੇ ਜਾਣੇ ਪਹਿਚਾਣੇ ਚਿਹਰੇ ਅਮਰਿੰਦਰ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਰਾਜਸੀ ਸਮਾਜਿਕ ਤੇ ਵੱਖ-ਵੱਖ ਖੇਤਰਾਂ 'ਚ ਜਾਣੇ ਪਹਿਚਾਣੇ ਚਿਹਰੇ ਰਾਜਸੀ ਵਿਸ਼ਲੇਸ਼ਕ, ਸਾਰੇ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਨਾਰੰਗ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਸ ਮੁੱਦੇ ਤੇ ਲੈਣ ਲੱਗਿਆ। ਸਾਂਝੇ ਸਿਵਲ ਕੋਡ ਦੇ ਮੁੱਦੇ ਤੇ ਵਿਰੋਧੀ ਧਿਰਾਂ ਦਾ ਇੱਕ ਆਪਣਾ ਨਜ਼ਰੀਆ ਹੈ, ਹਾਕਮ ਧਿਰ ਦਾ ਆਪਣਾ ਨਜ਼ਰੀਆ ਹੈ। ਵੱਖਰੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਹਾਕਮ ਧਿਰ ਹੈ ਆਮ ਆਦਮੀ ਪਾਰਟੀ, ਉਸ ਵੱਲੋਂ ਸਾਂਝੇ ਸਿਵਲ ਕੋਡ ਦੀ ਹਮਾਇਤ ਕੀਤੀ ਗਈ ਹੈ। ਨਾਰੰਗ ਸਾਹਿਬ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਸਿੱਧੂ ਸਾਹਿਬ, ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਜੀ, ਇਹ ਕੋਈ ਭਾਰਤੀ ਜਨਤਾ ਪਾਰਟੀ ਦਾ ਬਣਾਇਆ ਨਹੀਂ ਹੈ। ਆਰਟੀਕਲ ਜਿਹੜਾ 44 ਆ ਇੰਡੀਅਨ ਕਨਸਟੀਟਿਊਸ਼ਨ ਦਾ, ਉਹਦੇ 'ਚ ਇਹਦਾ ਪ੍ਰੋਵੀਜ਼ਨ ਆ, ਔਰ ਇਹਦੇ 'ਚ 70 ਸਾਲ 'ਚ ਕਿਸੇ ਵੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤਾ। ਔਰ ਭਾਰਤੀ ਜਨਤਾ ਪਾਰਟੀ ਦਾ ਚੋਣ ਮੈਨੀਫੈਸਟੋ ਦੇ ਵਿੱਚ ਵੀ ਸਾਡਾ ਇਹ ਵਾਅਦਾ ਸੀਗਾ ਕਿ ਯੂਨੀਫਾਰਮ ਸਿਵਲ ਕੋਡ ਲਿਆਵਾਂਗੇ, ਔਰ ਉਸੇ ਦਿਸ਼ਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਸਾਡੇ ਪ੍ਰਧਾਨ ਮੰਤਰੀ ਜੀ ਅੱਗੇ ਵਧ ਰਹੇ ਨੇ। ਇਹ ਕੋਈ ਗੈਰ ਸੰਵਿਧਾਨਿਕ ਕੰਮ ਨਹੀਂ ਕੀਤਾ ਜਾ ਰਿਹਾ, ਇਹਦੇ ਤੇ ਪਾਰਲੀਮੈਂਟ 'ਚ ਚਰਚਾ ਹੋ ਰਹੀ ਆ, ਔਰ ਚਰਚਾ ਹੋਣ ਤੋਂ ਬਾਅਦ ਹੀ ਇਹਦੇ ਤੇ ਜੋ ਵੀ ਕਾਨੂੰਨ ਬਣੇਗਾ ਉਹ ਬਣੇਗਾ। ਆਪਾਂ ਨੂੰ ਇਹਨੂੰ ਕਿਸੇ ਵੀ ਰਾਜਨੀਤਿਕ ਦ੍ਰਿਸ਼ਟੀ ਨਾਲ, ਕਿਸੇ ਦੇ ਧਾਰਮਿਕ ਕੰਮਾਂ 'ਚ ਦਖਲ ਨਾਲ ਜਾਂ ਕਿਸੇ ਦੇ ਹੋਰ ਚੀਜ਼ਾਂ 'ਚ ਦਖਲ ਨਾਲ ਨਹੀਂ ਦੇਖਣਾ ਚਾਹੀਦਾ। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਆ ਕਿ ਸਭ ਦੇ ਲਈ ਸਮਾਨ ਅਧਿਕਾਰ। ਦੇਖੋ, ਜਿਹੜਾ ਸਾਡਾ ਮੋਟਿਵ ਹੈ ਸਬਕਾ ਸਾਥ, ਸਬਕਾ ਵਿਸ਼ਵਾਸ ਔਰ ਸਬਕਾ ਵਿਕਾਸ, ਉਹ ਤਦੇ ਹੀ ਪੂਰਾ ਹੋ ਸਕਦਾ ਹੈ ਕਿ ਜੇ ਸਾਰਿਆਂ ਦੇ ਲਈ ਇੱਕੋ ਕਾਨੂੰਨ ਹੋਵੇ, ਔਰ ਇਹਦੇ 'ਚ ਕੋਈ ਵੀ ਗੈਰ ਸੰਵਿਧਾਨਿਕ ਚੀਜ਼ ਨਹੀਂ ਕੀਤੀ ਜਾ ਰਹੀ। ਹਾਂ, ਮੈਂ ਤੁਹਾਡੀ ਇਸ ਗੱਲ ਨਾਲ ਜ਼ਰੂਰ ਸਹਿਮਤ ਹਾਂ ਕਿ ਇਹ 'ਤੇ ਡਿਟੇਲ ਚਰਚਾ ਹੋਣੀ ਚਾਹੀਦੀ ਆ, ਔਰ ਇਹ 'ਤੇ ਡਿਟੇਲ ਚਰਚਾ ਪਾਰਲੀਮੈਂਟ ਦੇ ਵਿੱਚ ਹੋ ਰਹੀ ਆ। ਨਾਰੰਗ ਸਾਹਿਬ, ਬਿਲਕੁਲ ਪਾਰਲੀਮੈਂਟ ਚਰਚਾ, ਜੀ ਪਾਰਲੀਮੈਂਟ ਬਿਲਕੁਲ ਵਜ੍ਹਾ ਫਰਮਾ ਰਹੇ ਹੋ ਕਿ ਪਾਰਲੀਮੈਂਟ ਚਰਚਾ ਹੋਣੀ ਚਾਹੀਦੀ ਹੈ, ਹੋਏਗੀ ਵੀ। ਪਰ ਇਹ ਹੈ ਕਿ ਇਸ ਮਾਮਲੇ ਦੇ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਪੰਜਾਬ 'ਚ ਬੈਠੇ ਹਾਂ, ਤਾਂ ਅਕਾਲੀ ਦਲ ਜਾਂ ਕੁਝ ਹੋਰ ਜਿਹੜੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਿਉਂ ਕਰ ਰਹੀਆਂ? ਆਖਰ ਕੀ ਖਦਸ਼ੇ ਇਸ ਪੱਧਰ ਤੇ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਪਹਿਚਾਣ ਹੈ ਸਾਂਝੇ ਸਿਵਲ ਕੋਡ ਦੇ ਨਾਲ, ਉਹ ਪਹਿਚਾਣ ਦਾ ਖਤਰਾ ਹੈ? ਦੂਜੇ ਪਾਸੇ ਵਿਰੋਧੀ ਧਿਰਾਂ ਕਿਉਂ ਆਖ ਰਹੀਆਂ ਕਿ ਭਾਜਪਾ ਦਾ ਰਾਜਸੀ ਸਟੰਟ ਹੈ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ? ਦੇਖੋ ਸਿੱਧੂ ਸਾਹਿਬ, ਮੈਂ ਫਿਰ ਉਹੀ ਕਹਿ ਰਿਹਾ ਕਿ ਰਾਜਸੀ ਸਟੰਟ ਨਹੀਂ ਆ। ਪਹਿਲੀ ਗੱਲ, ਇਹਦਾ ਸੰਵਿਧਾਨ ਦੇ ਆਰਟੀਕਲ 44 ਚ ਪ੍ਰੋਵੀਜ਼ਨ ਆ ਜੀ। ਦੂਸਰਾ, ਬੀਜੇਪੀ ਦਾ ਇਲੈਕਸ਼ਨ ਮੈਨੀਫੈਸਟੋ ਆ, ਸੀ ਆਪਣੇ ਮੈਨੀਫੈਸਟੋ ਜਿਵੇਂ ਧਾਰਾ 370 ਦਾ ਕਿਹਾ ਸੀ
ਦੇਖੋ ਧਾਰਾ 370 ਦਾ ਵੀ ਸਭ ਲੋਕ ਵਿਰੋਧ ਕਰਦੇ ਸੀਗੇ, ਮੈਜੋਰਟੀ ਨੇ ਵਿਰੋਧ ਕੀਤਾ, ਪਰ ਅੱਜ ਧਾਰਾ 370 ਖਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਆ, ਉਹ ਆਪਣੇ ਆਪ ਨੂੰ ਇੰਡੀਆ ਦਾ ਪਾਰਟ ਸਮਝਦੇ ਆ। ਤੇ ਇਦਾਂ ਹੀ ਇਹਦੇ ਨਾਲ ਦੇਖੋ ਅਕਾਲੀ ਦਲ ਦੀ ਮੈਨੂੰ ਨਹੀਂ ਪਤਾ ਕੀ ਸਮੱਸਿਆ ਇਹਦੇ ਨਾਲ, ਪਰ ਇਹਦੇ ਨਾਲ ਅਕਾਲੀ ਦਲ ਤੱਕ ਕੋਈ ਨਾ ਰਾਜਸੀ ਨਾ ਧਾਰਮਿਕ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਜਾ ਰਿਹਾ। ਜੀ ਜੀ, ਥੈਂਕ ਯੂ ਨਾਰੰਗ ਸਾਹਿਬ। ਇਸ ਮੁੱਦੇ ਤੇ ਆਪਾਂ ਵਾਪਸ ਆਵਾਂਗੇ ਤੁਹਾਡੇ ਵੱਲ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਰਾਜਸੀ ਵਿਸ਼ਲੇਸ਼ਕ। ਪ੍ਰੋਫੈਸਰ ਮਨਜੀਤ ਸਿੰਘ, ਇਸ ਮਾਮਲੇ ਤੇ ਭਾਜਪਾ ਦਾ ਇੱਕ ਆਪਣਾ ਨਜ਼ਰੀਆ, ਉਹ ਕਹਿੰਦੇ ਸੰਵਿਧਾਨ ਦੇ ਮੁਤਾਬਕ ਹੀ ਸਾਂਝੇ ਸਿਵਲ ਕੋਡ ਦੀ ਗੱਲ ਕੀਤੀ ਜਾ ਰਹੀ ਹੈ। ਅਕਾਲੀ ਦਲ ਜਾਂ ਦੂਜੀਆਂ ਘੱਟ ਗਿਣਤੀਆਂ ਲਈ ਕੋਈ ਖਤਰੇ ਵਾਲੀ ਗੱਲ ਨਹੀਂ। ਇੱਦਾਂ ਧਾਰਾ 370 ਦੀ ਗੱਲ ਜਿਹੜਾ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਖਤਮ ਕੀਤੀ ਗਈ ਤਾਂ ਪ੍ਰਸਥਿਤੀਆਂ ਬਦਲੀਆਂ, ਤਾਂ ਇਹ ਵੀ ਦੇਸ਼ ਦੀ ਬਿਹਤਰੀ ਲਈ, ਲੋਕਾਂ ਦੀ ਬਿਹਤਰੀ ਲਈ ਲਿਆਂਦਾ ਜਾ ਰਿਹਾ ਹੈ। ਸਿੱਧੂ ਸਾਹਿਬ, ਪਹਿਲਾਂ ਗੱਲ ਸਮਝੋ ਕਿ ਯੂਨੀਫਾਰਮ ਸਿਵਲ ਕੋਡ ਕੱਲਾ ਸ਼ਾਦੀ ਦੇ ਨਾਲ ਸੰਬੰਧਿਤ ਨਹੀਂ ਹੈ, ਉਹ ਇਨਹੈਰੀਟੈਂਸ ਦੇ ਨਾਲ, ਮੇਨਟੇਨੈਂਸ ਦਾ, ਡਾਈਵੋਰਸ, ਹੋਰ ਬਹੁਤ ਸਾਰੀਆਂ ਕਲਚਰਲ ਚੀਜ਼ਾਂ ਨਾਲ ਇਹ ਸਾਰਾ ਕੁਝ ਉਹਦਾ ਸੰਬੰਧ ਹੈਗਾ। ਇਹ ਨਵੀਂ ਗੱਲ ਨਹੀਂ, ਅੰਗਰੇਜ਼ਾਂ ਨੇ ਵੀ ਇਸ ਤਰ੍ਹਾਂ ਦੀ ਪਹਿਲਾਂ ਕੋਸ਼ਿਸ਼ ਕੀਤੀ, ਤੇ ਬਾਕੀ ਤੇ ਹੋਰ ਗੱਲਾਂ ਛੱਡੋ ਜਿਨ੍ਹਾਂ ਨੇ ਵਿਰੋਧਤਾ ਕੀਤੀ। ਆਦੀਵਾਸੀਆਂ ਨੇ ਐਡੀ ਜ਼ਬਰਦਸਤ ਵਿਰੋਧਤਾ ਕੀਤੀ ਸੀ। ਬਿਰਸਾ ਮੁੰਡਾ ਮੂਵਮੈਂਟ ਕਿੱਡੀ ਵੱਡੀ ਮੂਵਮੈਂਟ ਸੀਗੀ, ਉਹ ਇੱਕ ਪਾਸੇ ਜ਼ਮੀਨਾਂ ਦੇ ਉੱਤੇ, ਦੂਜਾ ਇਹੋ ਜਿਹੀਆਂ ਜਿਹੜੀਆਂ ਇੰਟਰਵੈਂਸ਼ਨ ਸੀਗੀਆਂ, ਇੰਟਰਫੀਰੈਂਸ ਸੀਗੀਆਂ ਉਹਨਾਂ ਦੀਆਂ ਲਾਈਫ ਦੇ ਵਿੱਚ, ਉਹਨਾਂ ਨੇ ਵਿਰੋਧਤਾ ਕੀਤਾ, ਸ਼ਹੀਦੀਆਂ ਪਾਈਆਂ। ਉਹਨਾਂ ਨੂੰ ਸਮਝ ਪੈ ਗਈ ਅੰਗਰੇਜ਼ਾਂ ਨੂੰ, ਆ ਸਾਡੇ ਬੰਦਿਆਂ ਨੂੰ ਨਹੀਂ ਸਮਝ ਪੈਂਦੀ। ਉਹਨਾਂ ਨੇ ਬਾਅਦ ਵਿੱਚ ਫਿਰ ਨਾ ਧਰਮ ਨੂੰ ਛੇੜਿਆ ਤੇ ਨਾ ਜਿਹੜੇ ਆਦੀਵਾਸੀਆਂ ਦੇ ਹੋਰਨਾਂ ਲੋਕਾਂ ਦੇ ਐਥਨਿਕ ਗਰੁੱਪਸ ਦੇ ਆਪਣੇ ਇੰਟਰਨਲ ਅਰੇਂਜਮੈਂਟ ਸੀ, ਸਮਾਜਿਕ ਸੱਭਿਆਚਾਰਕ ਅਤੇ ਜਿਸ ਕਿਸਮ ਦੇ ਅਕੀਦੇ ਸੀ, ਉਸ ਨੂੰ ਹੱਥ ਨਹੀਂ ਲਾਇਆ। ਇਸੇ ਤਰੀਕੇ ਨਾਲ ਜਿਹੜਾ 46 ਦੇ ਵਿੱਚ ਜਦੋਂ ਸਾਡਾ ਸੰਵਿਧਾਨ ਬਣ ਲੱਗਾ, ਉੱਥੇ ਵੀ ਇਹ ਚਰਚਾ ਹੋਈ ਵੀ ਹੁਣ ਇਹ ਸਿੰਗਲ ਕਿਉਂਕਿ ਦੇਸ਼ ਹੋ ਗਿਆ, ਕਿਉਂਕਿ ਸਾਡੇ ਵੀ ਦੇਸ਼ ਦੇ ਵਿੱਚ ਇੱਕ ਤੇ ਵੀ ਬੜੀ ਲੱਗੀ ਆ ਨਾ ਕਿ ਵੈਸਟ ਵਾਂਗੂ ਜਿਹੜੇ ਛੋਟੇ ਛੋਟੇ ਦੇਸ਼ ਆ, ਸਾਡੇ ਸੂਬੇ ਇੱਕ ਚੋਂ ਉਹੋ ਜਿਹੇ 4 ਦੇਸ਼ ਬਣ ਜਾਂਦੇ ਆ, ਇੱਕ ਯੂਪੀ ਚੋਂ। ਉਹ ਇੰਨੇ ਛੋਟੇ ਦੇਸ਼ ਆ, 4 ਤੋਂ ਵੀ ਵੱਧ ਬਣ ਜਾਂਦੇ ਹੋਣੇ ਆ, ਇੰਨੇ ਛੋਟੇ ਦੇਸ਼ ਆ, ਤੇ ਉਹਨਾਂ 'ਚ ਇੱਕ ਐਥਨਿਕ ਮੈਜੋਰਿਟੀ ਗਰੁੱਪ ਆ, ਉੱਥੇ ਨੇਸ਼ਨ ਸਟੇਟ ਬਣ ਗਈਆਂ। ਜਰਮਨ ਤੋਂ ਇਹੋ ਜਿਹੇ ਆਈਡੀਆ ਲਿਆ ਕੇ ਵੀਰ ਸਵਾਰਕਰ ਵੱਲੋਂ ਜਦੋਂ ਇੱਥੇ ਲਿਆਂਦੇ ਜਾਂਦੇ ਆ, ਤੇ ਇੱਕ ਸਾਰੀ ਯੂਨਿਟੀ ਯੂਨੀਫਾਰਮ ਕਰਕੇ ਤੇ ਅਸੀਂ ਇੱਕ ਨੇਸ਼ਨ ਬਿਲਡਿੰਗ, ਜਿਹਨੂੰ ਭਾਰਤ ਕਹੋਗੇ, ਉਸ ਕਿਸਮ ਦਾ ਹਿੰਦੂ ਰਾਸ਼ਟਰ ਕਹੋਗੇ, ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਸ਼ੁਰੂ ਤੋਂ ਜਿਹੜੀ ਆ ਰਹੀ ਹੈ। ਉਸ ਦੀਆਂ ਚਰਚਾਵਾਂ ਜਦੋਂ ਇੱਕ ਸਾਡਾ ਕਾਨਸਟੀਟਿਊਸ਼ਨ ਬਣਿਆ 1946 'ਚ ਇਹਨਾਂ ਗੱਲਾਂ ਤੇ ਹੋਇਆ, ਉਦੋਂ ਨਹੀਂ ਪਾਸ ਹੋ ਸਕਿਆ, ਪਰ ਉਹਨਾਂ ਨੇ 2 ਗੱਲਾਂ ਕੀਤੀਆਂ। ਸੰਵਿਧਾਨ ਦੇ ਵਿੱਚ ਧਾਰਾ ਜਿਹੜੀ ਆ 25, 26, 27, 28, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਚੰਗਾ ਫਿਰ ਆਪਾਂ ਸਾਰੇ ਧਰਮਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹਾਂ ਕਿ ਅਸੀਂ ਉਹਨਾਂ ਧਰਮਾਂ ਦੇ ਜਿਹੜੇ ਆਲਰੇਡੀ ਚੱਲ ਰਹੇ ਆ, ਖਾਸ ਕਰਕੇ ਸਿੱਖਾਂ ਨੂੰ ਤੇ ਉਹ ਹਿੰਦੂ ਕੋਡ ਬਿੱਲ ਥੱਲੇ ਹੀ ਲਿਆ ਕੇ ਰੱਖਿਆ ਉਹਨਾਂ ਨੇ, ਪਰ ਜਿਹੜੇ ਮੁਸਲਮਾਨ ਤੇ ਈਸਾਈ ਤੇ ਪਾਰਸੀ, ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਪ੍ਰੈਕਟਿਸਿਸ ਜਿਹੜੀਆਂ ਉਹਨਾਂ ਦੀਆਂ ਟ੍ਰੈਡੀਸ਼ਨਲ ਰਵਾਇਤੀ ਆ ਉਹਦੇ ਤੇ ਚੱਲਣਗੇ। ਪਰ ਨਹਿਰੂ ਨੇ ਹਿੰਦੂ ਕੋਡ ਬਿੱਲ ਜਦੋਂ ਲਿਆਉਣ ਦੀ ਗੱਲ ਕੀਤੀ, ਬੜੀ ਆਪੋਜੀਸ਼ਨ ਹਿੰਦੂਆਂ ਵੱਲੋਂ ਹੋਈ ਉਸ ਗੱਲ ਦੀ, ਪਰ ਉਹਨੇ ਇਹੋ ਜਿਹਾ ਰੇਲਾ ਮਾਰਿਆ, ਉਹ ਕਹਿੰਦਾ ਤੁਸੀਂ 80% ਆ, ਤੁਸੀਂ ਵਨ ਨੇਸ਼ਨ ਉਹ ਬਣਾਉਣੀ ਚਾਹੁੰਦੇ ਆ, ਤੇ ਜੇ ਤੁਸੀਂ ਆਪ ਹੀ ਇਕੱਠੇ ਨਹੀਂ, ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤੌਰ ਤਰੀਕੇ ਨਾਲ ਬੈਠੇ ਆ, ਸਿੰਗਲ ਕੋਡ ਨਾਲ ਬੱਧੇ ਹੋਏ ਨਹੀਂ ਹੈਗੇ, ਤੇ ਦੂਜਿਆਂ ਨੂੰ ਤੁਸੀਂ ਕੀ ਕਹੋਗੇ, ਪਹਿਲਾਂ ਆਪ ਇਕੱਠੇ ਹੋ। ਲਓ ਜੀ, ਉਹ ਰੌਲਾ ਰੱਪਾ ਪੈਣ ਦੇ ਬਾਵਜੂਦ ਉਹਨੇ 55 ਤੋਂ 58 ਤੱਕ ਹਿੰਦੂ ਕੋਡ ਬਿੱਲ ਪਾਸ ਕਰਕੇ, ਜਿਸ 'ਚ ਸਿੱਖਾਂ ਨੂੰ ਵੀ ਨਾਲ ਕਰ ਲਿਆ ਵੀ ਇਹ ਸਿੱਖ ਸਾਡੇ ਹੀ ਹਿੱਸਾ ਆ, ਤੇ ਇਹ ਇੱਥੇ ਲਾਗੂ ਕਰ ਦਿੱਤੇ। ਹੁਣ ਜਿਹੜੇ ਬਾਕੀ ਡਾਈਵਰਸਿਟੀ ਉਦੋਂ ਬਚੀ ਰਹੀ ਹੈ, ਹੁਣ ਬਿਲਕੁਲ ਤੁਸੀਂ ਠੀਕ ਕਹਿ ਰਹੇ ਆ, ਇਹ ਯੂਨਿਟੀ ਕਰਨ ਵਾਲੀ ਗੱਲ ਨਹੀਂ। ਦੇਖੋ, ਇਹ ਠੀਕ ਕਹਿ ਰਹੇ ਆ ਨਾਰੰਗ ਜੀ ਵੀ ਕਿ ਜਿਹੜੇ ਸਾਡੇ ਡਾਇਰੈਕਟਿਵ ਪ੍ਰਿੰਸੀਪਲ ਆ, ਉਹਦੇ 'ਚ ਕਲੌਜ਼ 44 ਆਰਟੀਕਲ ਜਿਹੜਾ ਉਹ ਇਹ ਕਹਿੰਦਾ ਕਿ ਯੂਨੀਫਾਰਮ ਸਿਵਲ ਕੋਡ ਲਈ ਸਟੇਟ ਕੋਸ਼ਿਸ਼ ਕਰੂਗੀ। ਉਹਦੇ ਤੇ ਤੁਸੀਂ ਕਲੇਮ ਨਹੀਂ ਕਰ ਸਕਦੇ, ਉਹ ਕੋਈ ਤੁਹਾਡਾ ਫੰਡਾਮੈਂਟਲ ਰਾਈਟ ਨਹੀਂ ਆ, ਉਹ ਸਟੇਟ ਦੇ ਡਾਇਰੈਕਟਿਵ ਪ੍ਰਿੰਸੀਪਲ ਤੇ ਆ ਕਿ ਸਟੇਟ ਨੂੰ ਡਾਇਰੈਕਟ ਕੀਤਾ ਜਾਊਗਾ ਕਿ ਉਹ ਹੌਲੀ ਹੌਲੀ ਇੰਜ ਕਰੇ। ਜੇ ਕਰਨਾ ਤੇ ਕਰੋ, ਸਾਨੂੰ ਕੋਈ ਦਿੱਕਤ ਨਹੀਂ ਆ। ਉਹਦੇ 'ਚ 2 ਗੱਲਾਂ ਦਾ ਖਿਆਲ ਰੱਖਣਾ ਪਊਗਾ, ਹਿਊਮਨ ਰਾਈਟਸ ਦਾ, ਇਕੁਐਲਿਟੀ ਦਾ, ਸੋਸ਼ਲ ਜਸਟਿਸ ਦਾ, ਸਾਰਾ ਕੁਝ। ਪਰ ਨਾਲ ਹੀ ਇਹ ਵੀ ਇੱਕ ਗੱਲ ਰੱਖਣੀ ਪਊਗੀ ਕਿ ਤੁਸੀਂ ਆਪਣੀ ਵੱਲੋਂ ਐਲਾਨ ਕਿਵੇਂ ਕਰੀ ਜਾਓਗੇ ਦੂਜਿਆਂ ਦੇ ਬਿਹਾਫ ਤੇ ਵੀ। ਉਸ ਕਮਿਊਨਿਟੀ ਵੱਲੋਂ ਪਹਿਲਾਂ ਕੰਸੈਂਟ ਲਓ, ਉਹਨਾਂ ਨਾਲ ਗੱਲ ਕਰੋ, ਫਿਰ ਪਤਾ ਲੱਗੂਗਾ ਤੁਹਾਨੂੰ ਕਿ ਉਹ ਚਾਹੁੰਦੇ ਆ, ਨਹੀਂ ਚਾਹੁੰਦੇ, ਕਿੰਨਾ ਚਾਹੁੰਦੇ। ਨਹੀਂ ਤੇ ਦੇਸ਼ ਦੇ ਵਿੱਚ ਇਹੋ ਜਿਹੀ ਅਫਰਾ ਤਫਰੀ ਪਊਗੀ ਚੋਣਾਂ ਦੇ ਦੌਰਾਨ ਕਿ ਮੈਨੂੰ ਲੱਗਦਾ ਕਿ ਇਹ ਇੱਕ ਇਹੋ ਜਿਹੀ ਚੀਜ਼ ਲੈ ਆਂਦੀ ਆ ਜਿਹਦੇ ਨਾਲ ਜਿਹੜਾ ਆਪਾਂ ਲਗਾਤਾਰ ਅੜੀਕ ਹੀ ਰਹੇ ਸੀ ਸਿੱਧੂ ਸਾਹਿਬ ਕਿ ਪਤਾ ਨਹੀਂ ਐਤਕੀ ਕਿਹੜੀ ਗੁਗਲੀ ਸੁੱਟਣਗੇ। ਆਹ ਗੁਗਲੀ ਸੁੱਟਣੀ ਸੀ ਦੇਸ਼ ਨੂੰ ਪੋਲਰਾਈਜ਼ ਕਰਨ ਲਈ, ਧਰੂਵੀਕਰਨ ਕਰਨ ਲਈ। ਓਕੇ, ਤੁਹਾਡਾ ਵੀ ਪਿੰਡ ਆ ਗਿਆ। ਮਠਾੜੂ ਸਾਹਿਬ, ਅਕਾਲੀ ਦਲ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਸਾਂਝੇ ਸਿਵਲ ਕੋਡ ਦਾ,
ਕੀ ਵਜ੍ਹਾ ਹੈਗੀ ਹੈ ਜਦੋਂ ਕਿ ਭਾਜਪਾ ਦਾ ਕਹਿਣਾ ਹੈ ਕਿ ਇਹ ਜੀ ਕੋਈ ਖਤਰੇ ਵਾਲੀ ਗੱਲ ਹੀ ਨਹੀਂ, ਪੰਜਾਬ ਦੀ ਇੱਕ ਧਿਰ ਹੈਗੀ ਹੈ ਜਿਹੜੀ ਹਾਕਮ ਧਿਰ ਹੈ, ਆਪ ਉਹਨਾਂ ਵੱਲੋਂ ਤਾਂ ਹਮਾਇਤ ਕੀਤੀ ਗਈ ਹੈ, ਪਰ ਅਕਾਲੀ ਦਲ ਨੇ ਸਪਸ਼ਟ ਫੈਸਲਾ ਇਸ ਮੁੱਦੇ ਤੇ ਕਿ ਘੱਟ ਗਿਣਤੀਆਂ ਦੇ ਲਈ ਇਹ ਮਾਰੂ ਹੈ, ਇਹ ਲਾਗੂ ਨਹੀਂ ਹੋਣਾ ਚਾਹੀਦਾ। ਕਿਉਂ ਅਜਿਹੀ ਕੀ ਗੱਲ ਹੈ? ਸਿੱਧੂ ਸਾਹਿਬ, ਪਹਿਲੀ ਤਾਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਤੇ ਹੈਗੀ ਉਹਨੂੰ ਇੱਥੇ ਬੁਲਾਉਣਾ ਚਾਹੀਦਾ ਸੀ ਤੁਹਾਨੂੰ, ਪਤਾ ਨਹੀਂ ਕਿਉਂ ਨਹੀਂ ਤੁਸੀਂ ਬੁਲਾਇਆ ਨਹੀਂ ਜਾਂ ਉਹ ਆਏ ਨਹੀਂ। ਮਠਾੜੂ ਸਾਹਿਬ ਤੁਸੀਂ ਮਠਾੜੂ ਸਾਹਿਬ ਇੱਕ ਸੈਕਿੰਡ ਲਈ ਮੈਂ ਇਸਦਾ ਜਵਾਬ ਦੇਖੋ, ਅਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਉਹਨਾਂ ਨੂੰ ਹਮੇਸ਼ਾ ਕਹਿੰਦੇ ਆਉਣ ਲਈ, ਪਰ ਮੈਂ ਇਹ ਵੀ ਗੱਲ ਨਾਲ ਟਿੱਪਣੀ ਕਰਦਾ ਹੁੰਦਾ ਕਿ ਸ਼ਾਇਦ ਸਮੁੱਚੇ ਪੰਜਾਬੀਆਂ ਨੇ ਉਹਨੂੰ 92 ਸੀਟਾਂ ਦੇ ਦਿੱਤੀਆਂ, ਉਹ ਕਹਿੰਦੇ ਕਿ ਬਹੁਤਾ ਇਹਨਾਂ ਗੱਲਾਂ ਦਾ ਫਿਕਰ ਕਰਨ ਦੀ ਲੋੜ ਨਹੀਂ, 5 ਸਾਲਾਂ ਬਾਅਦ ਦੇਖਾਂਗੇ ਕੀ ਹੁੰਦਾ ਹੈ। ਸੋ ਇਹ ਤਾਂ ਅਸੀਂ ਬਾਰ-ਬਾਰ ਕਹਿ ਰਹੇ ਹਾਂ, ਜਿਹੜੀ ਮਾਈਨੋਰਟੀਜ਼ ਦੇ ਅਗੇਂਸਟ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ, ਇਹ ਪਹਿਲਾਂ ਤੋਂ ਇਹਨਾਂ ਨੇ ਵੋਟਾਂ ਲੈਣ ਵਾਸਤੇ ਜਿਹੜੀ ਉਦੋਂ ਗੇਮਾਂ ਚਲਾਈਆਂ ਤੇ ਇਹਨਾਂ ਨੂੰ ਵੋਟਾਂ ਪੈ ਗਈਆਂ, ਸਰਕਾਰ ਬਣ ਗਈ। ਹੁਣ ਇਹਨਾਂ ਨੇ ਪੰਜਾਬ ਤੋਂ ਜਾਂ ਕਿਸੇ ਮਾਈਨੋਰਟੀ ਤੋਂ ਜਾਂ ਸਿੱਖਾਂ ਤੋਂ ਕਿਸੇ ਤੋਂ ਕੁਝ ਨਹੀਂ ਲੈਣਾ। ਇਹ ਲੋਕ ਨਹੀਂ ਇਹਨਾਂ ਚੀਜ਼ਾਂ ਨੂੰ ਸਮਝਣਗੇ। ਸ਼੍ਰੋਮਣੀ ਅਕਾਲੀ ਦਲ ਇੱਕ ਨੁਮਾਇੰਦਾ ਜਥੇਬੰਦੀ ਹੈ, ਇੱਕ ਮਾਈਨੋਰਟੀ ਨੂੰ ਉਹ ਰਿਪਰੈਜ਼ੈਂਟ ਕਰਦਾ ਸ਼੍ਰੋਮਣੀ ਅਕਾਲੀ ਦਲ, ਤੇ ਹੱਕ ਬਣਦਾ। ਕਿਉਂਕਿ ਮੈਂ ਨਾਰੰਗ ਸਾਹਿਬ ਦੀ ਗੱਲ ਸੁਣ ਰਿਹਾ ਸੀ, ਇਹਨਾਂ ਨੇ ਆਰਟੀਕਲ 44 ਦਾ ਜ਼ਿਕਰ ਕੀਤਾ ਪਰ 37 ਦਾ ਨਹੀਂ ਕੀਤਾ। ਉਹਦੇ ਚ ਸਟੇਟ ਜਿਹੜਾ ਹੈਗਾ, ਸਟੇਟ ਨੇ ਦੇਖਣਾ ਕਿ ਉਹ ਕਿਸ ਤਰ੍ਹਾਂ ਕਰਨਾ ਹੈ। ਇਹ ਜਿਹੜੀ ਆਪਣਾ ਦੇਸ਼ ਹੈ ਇੱਕ ਗੁਲਦਸਤਾ ਬਣਿਆ, ਔਰ ਜਿਹੜਾ ਕਨਸਟੀਟਿਊਸ਼ਨ ਹੈ ਉਹ ਵੀ ਇਹ ਚੀਜ਼ਾਂ ਦੇਖ ਕੇ ਬਣਿਆ। ਜਦੋਂ ਵੀ ਕੋਈ ਕਾਨੂੰਨ ਬਣਦਾ ਸਿੱਧੂ ਸਾਹਿਬ, ਕਾਨੂੰਨ ਇਹ ਨਹੀਂ ਆ ਵੀ ਕਾਨੂੰਨ ਉੱਥੇ ਕਾਨੂੰਨਾਂ ਦੇ ਘਾੜੇ ਜਿਹੜੇ ਹੈਗੇ ਆ ਉਹ ਬੈਠੇ ਉੱਥੇ ਕਾਨੂੰਨਾਂ ਨੂੰ ਬਣਾ ਦਿੰਦੇ ਆ, ਇਸ ਤਰ੍ਹਾਂ ਨਹੀਂ ਬਣਿਆ ਕਰਦਾ ਕਾਨੂੰਨ। ਕਾਨੂੰਨ ਦੇ ਵਿੱਚ ਉਹ ਜਿਹੜਾ ਲੋਕ ਗਰਾਊਂਡ ਲੈਵਲ ਤੇ ਲੋਕਾਂ ਦੀਆਂ ਨੈਸੈਸਿਟੀਆਂ, ਲੋਕ ਜਿਹੜਾ ਉਹਨਾਂ ਦਾ ਕਲਚਰ, ਉਹਨਾਂ ਦੀ ਸੱਭਿਅਤਾ, ਉਹਨਾਂ ਦਾ ਇਤਿਹਾਸ, ਸਾਰੀਆਂ ਚੀਜ਼ਾਂ ਨੂੰ ਵੇਖ ਕੇ, ਉਹਨਾਂ ਦਾ ਪਹਿਰਾਵਾ ਔਰ ਉਹਨਾਂ ਦੀ ਜਿਹੜੀ ਟ੍ਰੈਡੀਸ਼ਨਸ ਹੈਗੀਆਂ ਨੇ, ਉਹ ਚੀਜ਼ਾਂ ਨੂੰ ਵੇਖ ਕੇ ਉਹ ਕਾਨੂੰਨ ਜਿਹੜੇ ਹੈਗੇ ਫੇਰ ਬਣਦੇ ਆ। ਇਸੇ ਕਰਕੇ ਜਿਹੜਾ ਜਿਵੇਂ ਪਹਿਲਾਂ ਤੋਂ ਚੱਲਿਆ ਆ ਰਿਹਾ ਮੁਸਲਿਮ ਐਕਟ ਬਣਿਆ ਹੋਇਆ, ਔਰ ਸਾਡੇ ਜਿਹੜੇ ਸਿੱਖ ਹੈਗੇ ਆ, ਸਿੱਖਾਂ ਨੂੰ ਇਹਨਾਂ ਨੇ ਹਿੰਦੂ ਮੈਰਿਜ ਐਕਟ ਦੇ ਵਿੱਚ, ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਜਿਹੜਾ ਹੈਗਾ ਰੱਖਿਆ ਹੋਇਆ। ਬਟ ਉਹਦੀ ਇੱਕ ਲਗਾਤਾਰ ਸ਼ੁਰੂ ਤੋਂ ਮੰਗ ਚੱਲੀ ਆ ਰਹੀ ਹੈ ਕਿ ਆਨੰਦ ਮੈਰਿਜ ਐਕਟ ਦੀ। ਇੱਕ ਪਾਸੇ ਤਾਂ ਜਿਹੜੀ ਸੈਂਟਰ ਸਰਕਾਰ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਆਨੰਦ ਮੈਰਿਜ ਐਕਟ ਲੈ ਕੇ ਆਵਾਂਗੇ, ਔਰ ਪੰਜਾਬ ਦੇ ਵਿੱਚ ਸਾਰੇ ਉਦੋਂ ਉਸ ਵੇਲੇ ਪਿੱਛੇ ਜੇ ਇੱਕ ਗੱਲ ਹੋਈ ਸੀ ਕਿ ਆਨੰਦ ਮੈਰਿਜ ਐਕਟ ਲੈ ਕੇ ਆਵਾਂਗੇ, ਔਰ ਸਾਰਿਆਂ ਨੇ ਸਵਾਗਤ ਕੀਤਾ ਸੀ ਕਿ ਬਿਲਕੁਲ ਹੋਣਾ ਚਾਹੀਦਾ, ਲਾਗੂ ਹੋਣਾ ਚਾਹੀਦਾ। ਹੁਣ ਦੂਜੇ ਪਾਸੇ ਜਿਹੜਾ ਇਹ ਸਿਵਲ ਕੋਡ ਦੀ ਗੱਲ ਕਰਦੇ ਹੈਗੇ ਆ, ਉਹਦਾ ਬਿਲਕੁਲ ਹੀ ਉਲਟ ਹੈ। ਸੋ ਇਹ ਜਿਹੜੀ ਜਿਸ ਤਰ੍ਹਾਂ ਹਰੇਕ ਕੈਟਾਗਰੀ ਦੀਆਂ ਜਿਹੇ ਧਰਮ ਦੀ ਹਰੇਕ ਪਹਿਰਾਵਾ ਅਲੱਗ ਹੈ, ਉਹਨਾਂ ਦੇ ਰੀਤੀ ਰਿਵਾਜ ਅਲੱਗ ਹੈ। ਹੁਣ ਆਪਣੇ ਜਿਹੜੀਆਂ ਟ੍ਰੈਡੀਸ਼ਨਸ ਹੈਗੀਆਂ ਨੇ, ਉਹ ਅਗਰ ਆਪਾਂ ਐਕਟ ਆਪਣਾ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਲਗਾ ਲਈਏ, ਉਹਦੇ ਮੁਤਾਬਕ ਜਿਹੜੀਆਂ ਹੈਗੀਆਂ ਉਹਦੇ 'ਚ ਲਿਖਿਆ ਜਾਂਦਾ, ਜਦੋਂ ਅਸੀਂ ਵੀ ਕਈ ਵਾਰੀ ਡਾਈਵੋਰਸ ਪਟੀਸ਼ਨ ਫਾਈਲ ਕਰਦੇ ਹਾਂ ਜਾਂ ਕੋਈ ਇਸ ਤਰ੍ਹਾਂ ਦੇ ਕੇਸ ਹੁੰਦੇ ਆ, ਉਹਦੇ 'ਚ ਲਿਖਿਆ ਜਾਂਦਾ ਐਜ਼ ਪਰ ਹਿੰਦੂ ਮੈਰਿਜ ਐਕਟ ਜਿਹੜੀਆਂ ਹੈਗੀਆਂ ਚਾਰ ਲਾਵਾਂ ਦਾ ਜ਼ਿਕਰ ਕੀਤਾ ਜਾਂਦਾ ਕਿ ਇਸ ਤਰ੍ਹਾਂ ਵਿਆਹ ਹੋਇਆ। ਪਰ ਜਿਹੜਾ ਆਨੰਦ ਮੈਰਿਜ ਐਕਟ ਦੀ ਗੱਲ ਕਰਦੇ ਸੀ, ਉਹ ਇੱਕ ਅਲੱਗ ਚੀਜ਼ ਸੀ। ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਡੈਮੇਜ ਕਰਨ ਵਾਸਤੇ, ਜਾਂ ਜੋ ਮੁਸਲਮਾਨ ਕਮਿਊਨਿਟੀ ਹੈ, ਇੱਕ ਮਿਨੋਰਟੀ ਹੈ, ਜਾਂ ਕੁਝ ਹੋਰ ਮਿਨੋਰਟੀਆਂ ਨੇ, ਉਹਨਾਂ ਦੇ ਰੀਤੀ ਰਿਵਾਜ ਅਲੱਗ ਨੇ। ਸਿੱਧੂ ਸਾਹਿਬ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਪੂਰੇ ਦੇਸ਼ ਦੇ ਵਿੱਚ ਹਾਲੇ ਤੱਕ ਤਾਂ ਇਹਨਾਂ ਨੂੰ ਇੱਕ ਭਾਸ਼ਾ ਜਿਹੜੀ ਹੈਗੀ ਹੈ ਉਹ ਭਾਸ਼ਾ ਨਹੀਂ ਕਰ ਸਕੇ, ਕਿਉਂਕਿ ਸਾਰੇ ਸਟੇਟਾਂ ਦੇ ਵਿੱਚ ਅਲੱਗ-ਅਲੱਗ ਭਾਸ਼ਾ। ਸਾਊਥ ਦੀਆਂ ਕੁਝ ਕੁ ਸਟੇਟਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਹਿੰਦੀ ਨੂੰ ਪ੍ਰਵਾਨ ਨਹੀਂ ਕਰਦੇ। ਉਹ ਪਿੱਛੇ ਜੇ ਤੁਸੀਂ ਦੇਖਿਆ, ਜਿੱਥੇ ਹਿੰਦੀ ਬੋਲਣ ਵਾਲੇ ਲੋਕ ਸੀ ਉਹਨਾਂ ਨੂੰ ਆਪਣੀ ਸਟੇਟ ਦੇ ਵਿੱਚੋਂ ਕੱਢ ਦਿੱਤਾ ਉਹਨਾਂ ਨੇ। ਉਹ ਕਹਿੰਦੇ ਵੀ ਜਾਂ ਤਾਂ ਸਾਡੀ ਭਾਸ਼ਾ ਚੱਲੇਗੀ ਜਾਂ ਇੰਗਲਿਸ਼ ਦੇ ਵਿੱਚ। ਸੋ ਹਾਲੇ ਬੜਾ ਕੁਝ ਪਿਆ। ਇੱਕੋ ਦਮ ਇਹ ਚੀਜ਼ ਕਰਨੀ, ਇਹ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਠੀਕ ਹੈ। ਅਗਰ ਇਹੋ ਜਿਹਾ ਕੁਝ ਕਰਨਾ ਹੈ, ਪਹਿਲਾਂ ਜਿਹੜੀਆਂ ਮਿਨੋਰਟੀਜ਼ ਹੈਗੀਆਂ ਨੇ, ਜੋ ਸਮਾਜਿਕ ਕਦਰਾਂ ਕੀਮਤਾਂ ਹੈਗੀਆਂ, ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਨੂੰ ਪੁੱਛ ਕੇ, ਉਹਨਾਂ ਨਾਲ ਰਾਏ ਮਸ਼ਵਰਾ ਕਰਕੇ, ਉਹਨਾਂ ਦੀਆਂ ਕੰਸੈਂਟ ਲੈ ਕੇ ਕਿ ਤੁਹਾਨੂੰ ਕੀ ਚਾਹੀਦਾ, ਫੇਰ ਇਹ ਗੱਲ ਹੁੰਦੀ ਹੈ। ਇਹਦੇ ਤੇ ਬੜੀ ਡਿਬੇਟ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਿਨੋਰਟੀ ਨੂੰ ਰਿਪਰੈਜ਼ੈਂਟ ਕਰਦਾ। ਇਸ ਕਰਕੇ ਅਸੀਂ ਤਾਂ ਫੈਡਰਲ ਢਾਂਚੇ ਦੇ ਔਰ ਮਿਨੋਰਟੀ ਦੇ ਹੱਕ ਵਿੱਚ ਹਾਂ। ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਹ ਨਹੀਂ ਹੋਣਾ ਚਾਹੀਦਾ। ਜੀ, ਤੁਹਾਡਾ ਵਿਊ ਵੰਡਾ ਗਿਆ ਮਠਾੜੂ ਸਾਹਿਬ। ਫਿਰ ਆਵਾਂਗੇ ਇਸ ਮੁੱਦੇ ਤੇ। ਅਮਰਿੰਦਰ ਜੀ, ਜਿਸ ਮਾਮਲੇ ਤੇ ਮਠਾੜੂ ਜੀ ਨੇ ਗੱਲ ਕੀਤੀ ਹੈ, ਵੱਡਾ ਮੁੱਦਾ ਹੈ ਪੂਰੇ ਦੇਸ਼ ਦੇ ਲਈ, ਪਰ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਦੇ ਹਾਂ, ਘੱਟ ਗਿਣਤੀਆਂ ਦਾ ਜ਼ਿਕਰ ਆਉਂਦਾ ਹੈ ਤਾਂ ਅਕਾਲੀ ਦਲ ਦੇ ਵਿਰੋਧ ਦੀ ਗੱਲ ਤਾਂ ਹੈ ਹੀ ਹੈ, ਪਰ ਦੂਜੀਆਂ ਜਿਹੜੀਆਂ ਕਮਿਊਨਿਟੀਜ਼ ਘੱਟ ਗਿਣਤੀਆਂ ਹੈਗੀਆਂ, ਜਥੇਬੰਦੀਆਂ, ਉਹਨਾਂ ਵੱਲੋਂ ਵੀ ਇਸ ਮਾਮਲੇ ਤੇ ਵਿਰੋਧ ਦੇ ਪ੍ਰਗਟਾਵੇ ਕੀਤੇ ਜਾ ਰਹੇ ਜਾਂ ਖਦਸ਼ੇ ਪ੍ਰਗਟ ਕੀਤੇ ਜਾ ਰਹੇ। ਕੀ ਵਜ੍ਹਾ ਹੈਗੀ ਹੈ ਜਦੋਂ ਕਿ ਭਾਜਪਾ ਬਾਰ-ਬਾਰ ਕਹਿ ਰਹੀ ਹੈ ਕਿ ਅਜਿਹੀ ਕੋਈ ਗੱਲ ਨਹੀਂ, ਸਿਰਫ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਵੱਲੋਂ ਇਹਦਾ ਰਾਜਸੀਕਰਨ ਕੀਤਾ ਜਾ ਰਿਹਾ ਇਸ ਮੁੱਦੇ ਦਾ?
सिद्धू साहब देखो, प्रोफेसर साहब ने अपने विचार रखे, मठारू साहब ने अपने रखे। मैं समझदा कि बई अपना नारंग साहब ने अपनी गल की कि संविधान दी उन्होंने सानू धारावां दसियां है। संविधान दीयां धारावां जे आपां पढ़न लगिए तो उहदे विच बहुत कुछ है। जे आपां गल करिए हंगर दी, हंगर इंडैक्स ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਵੀ ਭੁੱਖਮਰੀ ਦਾ ਜਿਹੜਾ ਆਪਾਂ ਇੰਡੈਕਸ ਦੇਖਦੇ ਆਂ ਅੱਜ ਦੀ ਤਰੀਕ ਦੇ ਵਿੱਚ ਹਿੰਦੁਸਤਾਨ ਦਾ ਨੰਬਰ 107 ਹੈ। ਕੁੱਲ 121 ਜਿਹੜੀਆਂ ਕੰਟਰੀਜ਼ ਦਾ ਐਨਾਲਿਸਿਸ ਕੀਤਾ ਤੇ ਉਹਦੇ ਵਿੱਚ 29.1 ਬੰਦੇ ਜਿਹੜੇ ਹੈਗੇ ਉਹਨਾਂ ਨੂੰ 2 ਡੰਗ ਦੀ ਰੋਟੀ ਨਹੀਂ ਨਸੀਬ ਹੈਗੀ ਹੈ। ਸੋ ਗਵਰਨਮੈਂਟ ਦੀ ਪ੍ਰਾਇੋਰਟੀ ਹੰਗਰ ਰੈਡੀਕੇਟ ਨਹੀਂ ਕਰਨਾ ਹੈਗੀ। ਗਵਰਨਮੈਂਟ ਦੀ ਪ੍ਰਾਇੋਰਟੀ ਜਿਹੜੀ ਆ ਇਲੈਕਸ਼ਨ ਕਿਵੇਂ ਜਿੱਤਣੀ ਹੈ। ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਕਿ ਹਿੰਦੂ ਰਾਸ਼ਟਰ ਵੱਲ ਵਧਾ ਕੇ ਵੋਟਾਂ ਪੋਲਰਾਈਜ਼ ਕਰਨ ਦੀ ਜਿਹੜੀ ਗੱਲ ਹੈ, ਐਨ ਇਲੈਕਸ਼ਨਾਂ ਤੋਂ ਪਹਿਲਾਂ ਇਹ ਮੁੱਦਾ ਜਿਹੜਾ ਸਿੱਟਿਆ ਗਿਆ, ਇਹ ਯੂਨੀਫਾਰਮ ਸਿਵਲ ਕੋਡ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਇਹਨਾਂ ਦਾ ਜਿਹੜਾ ਮੇਨ ਟਾਰਗੇਟ ਹੈਗਾ ਇੱਕ ਹਿੰਦੂ ਵੋਟ ਬੈਂਕ ਨੂੰ ਪੋਲਰਾਈਜ਼ ਕਰਨਾ ਹੈਗਾ, ਜਿਹੜੀ ਮੰਦਭਾਗੀ ਗੱਲ ਹੈ। ਬਿਹਤਰ ਇਹ ਹੁੰਦਾ ਇਹ ਹੰਗਰ ਵੱਲ ਦੇਖਦੇ, ਐਜੂਕੇਸ਼ਨ ਵੱਲ ਦੇਖਦੇ, ਹੋਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਕਰਦੇ, ਲੇਕਿਨ ਉਹ ਸਾਰਿਆਂ ਨੂੰ ਜਿੰਨੀਆਂ ਆਪਣੀਆਂ ਨਲਾਇਕੀਆਂ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਲੁਕਾਉਣ ਲਈ ਇਹਨਾਂ ਨੇ ਨਵਾਂ ਇੱਕ ਸ਼ੋਸ਼ਾ ਛੱਡਤਾ ਤੇ ਇਹਦੇ ਜਿਹੜੇ ਮਤਲਬ ਰਿਜ਼ਲਟ ਜਿਹੜਾ ਹੈਗਾ ਉਹ ਠੀਕ ਨਹੀਂ ਹੋਏਗਾ। ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ। एक गल होर मैं इन्हों पुछनी चाहता है कि दोबारा 370 नूं जिहड़ा क्लेम करके क्रैडिट लेना चाहते हैं। मैं इन्हों मेरी ये कंटेंशन हैगी है कि हिंदुस्तान 1947 आज़ाद होया तो कश्मीर की इंटीग्रेशन 1948 हुई है तो उदों 370 जिहड़ी लागू की गई है। की 370 लागू करने वाले विलन सीगे या 370 ਨੂੰ ਤੋੜਨ ਵਾਲੇ ਵਿਲਨ ਹੈ? ਇਸ ਚੀਜ਼ ਦਾ ਨਿਪਟਾਰਾ ਹੋਣਾ ਚਾਹੀਦਾ ਕਿ ਇਹ ਹੁਣ ਐਵੇਂ ਜੇਮਸ ਬੌਂਡ ਨਾ ਬਣਨ ਕਿ ਅਸੀਂ 370 ਤੋੜਤੀ ਇਸ ਕਰਕੇ ਅਸੀਂ ਬਹੁਤ ਵੱਡਾ ਕੰਮ ਕਰਤਾ। ਮੇਰਾ ਨਜ਼ਰੀਆ ਹੈ ਕਿ ਜਿਨ੍ਹਾਂ ਲੋਕਾਂ ਨੇ ਕਸ਼ਮੀਰ ਨੂੰ ਹਿੰਦੁਸਤਾਨ ਦੇ ਵਿੱਚ ਜੋੜਿਆ ਤੇ 370 ਲਾਗੂ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਤੁਸੀਂ ਇੱਥੇ ਆਓ, ਤੁਹਾਨੂੰ ਅਸੀਂ ਚੰਗੇ ਮਤਲਬ ਸਹੂਲਤਾਂ ਦਾਂਗੇ, ਉਹ ਵਧੀਆ ਕਦਮ ਸੀਗਾ। ਜਿਹੜਾ ਇਹਨਾਂ ਨੇ 370 ਤੋੜੀ ਹੈ, ਇਹ ਜਿਹੜਾ ਕਦਮ ਹੈ ਇਹਦੇ ਫਾਰ ਰੀਚਿੰਗ ਇੰਪਲੀਕੇਸ਼ਨਸ ਹੋਣਗੀਆਂ ਤੇ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਕਿ ਇਸ ਤੇ ਪਛਤਾਵਾ ਹੋਏਗਾ ਸਾਰੇ ਹਿੰਦੁਸਤਾਨ ਨੂੰ ਕਿ ਆਪਾਂ 370 ਕਿਉਂ ਤੋੜੀ। ਸੋ मैं ਇਹ ਭਾਵੇਂ ਜੋ ਮਰਜ਼ੀ ਕਲੇਮ ਕਰਦੇ ਰਹਿਣ। ਤੇ ਦੂਸਰੀ ਗੱਲ ਜਿਹੜੀ ਹੈ, ਜੇ ਆਪਾਂ ਰਿਲੀਜੀਅਸ ਐਂਗਲ ਤੋਂ ਨਾ ਵੀ ਦੇਖੀਏ ਤੇ ਹੋਰ ਬਹੁਤ ਸਾਰੀਆਂ ਕਮਿਊਨਿਟੀਜ਼ ਹੈਗੀਆਂ। ਜਿਵੇਂ ਪ੍ਰੋਫੈਸਰ ਸਾਹਿਬ ਨੇ ਟਰਾਈਬਲਸ ਦੀ ਗੱਲ ਕੀਤੀ, ਟਰਾਈਬਲ ਤੋਂ ਇਲਾਵਾ ਕਬੀਲੇ ਇੰਨੇ ਹੈਗੇ ਆ। ਜਿਵੇਂ ਆਪਾਂ ਗਡਰੀਆਂ ਦੀ ਗੱਲ ਕਰ ਲਈਏ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਸੜਕਾਂ ਤੇ ਨਿਕਲ ਜਾਂਦੀ ਹੈ, ਉਹਨਾਂ ਦੇ ਰਾਈਟਸ ਨੂੰ ਕੌਣ ਪ੍ਰੋਟੈਕਟ ਕਰੇਗਾ? ਉਹਨਾਂ ਦੇ ਆਪਣੇ ਰਿਚੁਅਲਸ ਹੈਗੇ ਆ, ਉਹ ਆਪਣੀ ਸੋਚਣੀ ਦੇ ਨਾਲ ਸੋਚਦੇ, ਉਹਨਾਂ ਦੇ ਟ੍ਰੈਡੀਸ਼ਨਲ, ਉਹਨਾਂ ਦੇ ਪੁਰਖਿਆਂ ਦੇ ਪੁਰਖੇ ਉਹ ਚੱਲੀ ਆ ਰਹੀ ਹੈ ਗੱਲ। ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਅਸੀਂ ਨਹੀਂ ਮੰਨਦੇ, ਤੁਹਾਨੂੰ ਤਾਂ ਹੁਣ ਅਸੀਂ ਲਿਖਤਾ ਸਿਵਲ ਕੋਡ, ਇਹਦੇ ਹਿਸਾਬ ਨਾਲ ਤੁਹਾਡਾ ਸਾਰਾ ਕੁਝ ਹੋਏਗਾ। ਸੋ ਇਹ ਜਿਹੜੀ ਚੀਜ਼ ਹੈ ਦੂਸਰੇ ਦੀ ਭਾਵਨਾਵਾਂ ਨੂੰ ਨਾ ਸਮਝਣਾ, ਉਹਨੂੰ ਟਰੈਂਪਲ ਕਰਨਾ, ਇਹ ਮੰਦਭਾਗੀ ਗੱਲ ਹੈ, ਇਹ ਨਹੀਂ ਹੋਣੀ ਚਾਹੀਦੀ ਤੇ ਇਹਦਾ ਵਿਰੋਧ ਹੋਣਾ ਚਾਹੀਦਾ। ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਬੀਜੇਪੀ ਦੇ ਵਿੱਚ ਵੀ ਬੈਟਰ ਸੈਂਸ ਪ੍ਰਵੇਲ ਕਰੇ ਤੇ ਉਹ ਇਸ ਇਸ਼ੂ ਨੂੰ ਨਾ ਜ਼ਿਆਦਾ ਛੇੜਨ। ਜੀ ਥੈਂਕ ਯੂ ਵੈਰੀ ਮਚ। ਨਾਰੰਗ ਸਾਹਿਬ ਦੇਖੋ, ਮਹਿਮਾਨਾਂ ਦੀ ਆਪੋ ਆਪਣੀ ਰਾਏ ਸੁਭਾਵਿਕ ਹੈ, ਪਰ ਕਿਧਰੇ ਕਿਹਾ ਜਾ ਰਿਹਾ ਕਿ ਕੀ ਜਿਹੜਾ ਆ ਰਹੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਭਾਜਪਾ ਦਾ ਲੁਕਮਾ ਏਜੰਡਾ ਹੈ। ਉਹ ਕਹਿੰਦੇ ਸਾਂਝੇ ਸਿਵਲ ਕੋਡ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਅਸੀਂ ਕਹਿੰਦੇ ਪਹਿਲਾਂ ਹੀ ਕਹਿ ਰਹੇ ਸੀ ਵੀ ਕੋਈ ਨਾ ਕੋਈ ਇਹੋ ਜਿਹਾ ਪਤਾ ਖੇਡਿਆ ਜਾਏਗਾ ਚੋਣਾਂ ਦੇ ਮੌਕੇ ਦੇ ਉੱਤੇ ਆ ਕੇ। ਸਿੱਧੂ ਸਾਹਿਬ, ਮੈਂ ਮਠਾਰੂ ਸਾਹਿਬ ਨੂੰ ਬੜੇ ਧਿਆਨ ਨਾਲ ਸੁਣਿਆ, ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਗੱਲ ਵੀ ਸੁਣੀ ਹੈ ਤੇ ਅਮਰਿੰਦਰ ਸਿੰਘ ਜੀ ਦੀ ਵੀ ਗੱਲ ਵੀ ਸੁਣੀ ਆ। ਜੀ ਬਿਲਕੁਲ। ਤਿੰਨਾਂ ਦੇ ਕੋਲ ਲੌਜੀਕ ਦੇ ਨਾਲ ਵਿਰੋਧ ਕਰਨ ਦਾ ਕੋਈ ਤਰਕ ਨਹੀਂ ਸੀਗਾ, ਸਿਰਫ ਇੱਕ ਵਿਰੋਧ ਕਰਨਾ ਹੈ। ਇਸ ਕਰਕੇ ਵਿਰੋਧ ਕੀਤਾ ਜਾ ਰਿਹਾ। ਦੇਖੋ, ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਜੀ ਨੇ ਕਿਹਾ ਕਿ ਇੱਥੇ ਡਿਬੇਟ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਤੇ ਪੂਰੀ ਚਰਚਾ ਹੋਏਗੀ। ਚਰਚਾ ਹੋਣ ਤੋਂ ਬਾਅਦ ਸਟੇਟਾਂ ਨੂੰ ਵੀ ਕੌਨਫੀਡੈਂਸ 'ਚ ਲਿਆ ਜਾਂਦਾ, ਉਸ ਤੋਂ ਬਾਅਦ ਹੀ ਕੋਈ ਕਾਨੂੰਨ ਬਣਦਾ। ਉਹ ਜਿਹੜੇ ਅਮਰਿੰਦਰ ਸਿੰਘ ਜੀ ਕੋ ਅਸੀਂ ਕੋਈ ਸਰਟੀਫਿਕੇਟ ਨਹੀਂ ਲੈਣਾ ਕਿ 370 ਤੇ ਸਾਨੂੰ ਇਹਨਾਂ ਕੋਈ ਸਰਟੀਫਿਕੇਟ ਚਾਹੀਦਾ। ਸਾਰੇ ਹਿੰਦੁਸਤਾਨ ਦੀ ਮੰਗ ਸੀ ਕਿ ਜੰਮੂ ਕਸ਼ਮੀਰ ਦੇ ਕੋਲ ਸਪੈਸ਼ਲ ਨਹੀਂ ਹੋਣਾ ਚਾਹੀਦਾ। ਉਹ ਸਾਡਾ ਚੋਣ ਮੈਨੀਫੈਸਟੋ ਸੀਗਾ, ਅਸੀਂ ਉਹਨੂੰ ਲਾਗੂ ਕੀਤਾ ਔਰ ਉਹਦੇ ਅੱਛੇ ਰਿਜ਼ਲਟ ਆ ਰਹੇ ਆ। ਉਹ ਠੀਕ ਹੈ, ਤੁਹਾਨੂੰ ਕੋਈ ਚੀਜ਼ਾਂ ਨਹੀਂ ਦਿਖ ਰਹੀਆਂ ਜਾਂ ਤੁਸੀਂ ਆਪਣੇ ਫਾਇਦੇ ਕਰਕੇ ਉਹਨਾਂ ਚੀਜ਼ਾਂ ਨੂੰ, ਉਸ ਫਾਇਦੇ ਨੂੰ ਨਹੀਂ ਮੰਨਣਾ ਚਾਹ ਰਹੇ, ਪਰ ਜਿਹੜੀ ਚੀਜ਼ ਹੈ ਉਹ ਹੈ। ਤੁਸੀਂ ਜੰਮੂ ਕਸ਼ਮੀਰ ਕਹਿੰਦੇ ਆ ਨਾਂਗ ਸਾਹਿਬ, ਇੱਕ ਲਾਈਨ ਮੈਂ ਵਿੱਚ ਵਾਦਾ ਜਵਾਬ ਤੁਸੀਂ ਬਿਹਤਰ ਦੇ ਸਕਦੇ ਹੋ। ਇਹ ਕਹਿੰਦੇ ਕਿ ਆਪਾਂ ਚਲੋ ਮੁੱਦਾ ਨਹੀਂ ਆਪਣਾ, ਕਹਿੰਦੇ ਜੰਮੂ ਕਸ਼ਮੀਰ ਦਾ ਜਦੋਂ ਇਹਨਾਂ ਜ਼ਿਕਰ ਕੀਤਾ ਉਹ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ ਹਿੰਦੁਸਤਾਨ ਦੇ ਨਾਲ ਜੋੜਿਆ, ਭਾਰਤ ਦੇ ਨਾਲ ਜੋੜਿਆ ਜੰਮੂ ਕਸ਼ਮੀਰ ਨੂੰ, ਉਹ ਦੇਸ਼ ਭਗਤ ਸੀ ਜਾਂ ਹੁਣ ਤੋੜਨ ਵਾਲੇ ਦੇਸ਼ ਭਗਤ ਹੈ? ਇਹ ਸਵਾਲ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ। ਸਿੱਧੂ ਸਾਹਿਬ, ਗੱਲ ਇਹ ਹੈ ਕਿ ਅਸੀਂ ਉਹਦੇ ਤੇ ਨਹੀਂ ਜਾਣਾ। ਅਸੀਂ ਇਹਨਾਂ ਵਾਂਗਰ ਇਹ ਨਹੀਂ ਕਰਨਾ ਕਿ ਫਲਾਨਾ ਵਿਲਨ ਸੀਗਾ ਤੇ ਹੁਣ ਵਾਲਾ ਹੀਰੋ ਆ। ਗੱਲ ਇਹ ਹੈ ਕਿ ਜਿਹੜੀ ਚੀਜ਼ ਦੀ ਜਦੋਂ ਜ਼ਰੂਰਤ ਆ, ਜਿਹੜਾ ਸਾਡਾ ਚੋਣ ਮੈਨੀਫੈਸਟੋ ਆ ਜਿਹਦੇ ਬੇਸ ਤੇ ਸੱਤਾ ਤੇ ਆਏ ਆ, ਅਸੀਂ ਕਿਹਾ ਵਾ ਔਰ ਦੇਸ਼ ਦੀ ਜ਼ਰੂਰਤ ਸੀ। ਔਰ 370 ਅੱਜ ਤੱਕ ਨਹੀਂ ਕੋਈ ਤੋੜ ਸਕਿਆ। 370 ਵੀ ਤੋੜੀ, ਉੱਥੇ ਸ਼ਾਂਤੀ ਵੀ ਬਹਾਲ ਕੀਤੀ ਔਰ ਅੱਜ ਜੰਮੂ ਕਸ਼ਮੀਰ 'ਚ ਟੂਰਿਜ਼ਮ ਵੀ ਆ, ਕਿਸੇ ਦੀ ਮੋਨੋਪੋਲੀ ਨਹੀਂ ਆ, ਕਿਸੇ ਨੂੰ ਸਪੈਸ਼ਲ ਐਕਟ ਦੀ ਕਵਰੇਜ ਨਹੀਂ ਆ। ਮੈਂ ਇਹਨਾਂ ਦੀ ਹੋਰ ਛੋਟੀ ਜਿਹੀ ਮਿਸਾਲ ਦੀ ਨਾ, ਦੇਖੋ ਵਿਰੋਧ ਤਾਂ ਜਦੋਂ ਟ੍ਰਿਪਲ ਤਲਾਕ ਵਾਲਾ ਇਸ਼ੂ ਆਇਆ ਸੀਗਾ ਨਾ ਸਿੱਧੂ ਸਾਹਿਬ, ਵਿਰੋਧ ਉਹਦਾ ਵੀ ਬਹੁਤ ਹੋਇਆ ਸੀਗਾ ਜੀ। ਕਿਉਂਕਿ ਦੇਖੋ ਕਿੰਨਾ ਕੈਸਾ ਉਹ ਕਾਨੂੰਨ ਸੀਗਾ ਕਿ ਤੁਸੀਂ ਕਿਸੇ ਜਨਾਨੀ ਨੂੰ ਕਹਿ ਦਿਓ ਕਿ 3 ਵਾਰੀ ਤਲਾਕ ਤੋਂ ਤਲਾਕ ਮੰਨਿਆ ਜਾਏਗਾ।
ਹੁਣ ਉਹਦੇ ਤੇ ਜਦੋਂ ਕਾਨੂੰਨ ਬਣਾਇਆ ਤੇ ਸਭ ਤੋਂ ਜ਼ਿਆਦਾ ਮੁਸਲਮਾਨ ਜਿਹੜੀਆਂ ਔਰਤਾਂ ਸੀ ਉਹ ਖੁਸ਼ ਹੋਈਆਂ ਕਿ ਸਾਨੂੰ ਵੀ ਸੰਵਿਧਾਨ ਦੇ ਮੁਤਾਬਕ ਕੋਈ ਹੱਕ ਮਿਲਿਆ, ਸਾਡਾ ਹਸਬੈਂਡ ਸਾਨੂੰ ਗੁੱਸੇ ਚ ਆ ਕੇ ਤਲਾਕ ਕਿ ਜਾ ਨਹੀਂ ਸਕਦਾ, ਇਹਨੂੰ ਤਲਾਕ ਨਹੀਂ ਮੰਨਿਆ ਜਾਏਗਾ। ਕੁਝ ਕੁਰੀਤੀ ਸੀ ਤੇ ਕੁਰੀਤੀ ਖਤਮ ਕੀਤੀ ਆ। ਔਰ ਸੰਵਿਧਾਨ ਦਾ ਜਿਹੜਾ ਆਰਟੀਕਲ 44 ਆ ਉਹ ਵੀ ਇਹ ਕਹਿੰਦਾ ਵਾ ਕਿ ਸਟੇਟ ਵਿਲ ਟੇਕ ਇਟਸ ਓਨ ਕੋਰਸ ਟੂ ਮੇਕ ਐਨੀ ਇਕੁਅਲ ਲਾਅ ਕਰਨ ਲਈ। ਤੇ ਇਹ ਤੇ ਐਸੀ ਕੋਸ਼ਿਸ਼ਾਂ ਨੇ ਜਿਹੜੀ ਸਮੇਂ ਨਾਲ ਬਦਲਦੀਆਂ ਵੀ ਰਹਿੰਦੀਆਂ ਨੇ ਔਰ ਸਮੇਂ ਨਾਲ ਚੱਲਦੀਆਂ ਵੀ ਰਹਿੰਦੀਆਂ ਨੇ। ਤੇ ਆਪਾਂ ਜਦੋਂ ਪ੍ਰੋਗਰੈਸਿਵ ਇੰਡੀਆ ਦੀ ਗੱਲ ਕਰਦੇ ਆ ਤੇ ਛੋਟੀ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ, ਕਿਸੇ ਦੇ ਵੀ ਰਿਲੀਜੀਅਸ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਜਿਹੜੇ ਵਿਰੋਧ ਕਰ ਰਹੇ ਆ, ਮੈਂ ਮੀਡੀਆ 'ਚ ਵੀ ਦੇਖ ਰਿਹਾ ਸੀ, ਆਪਣੇ ਮਹਿਮਾਨਾਂ ਦੀ ਵੀ ਇੱਥੇ ਜਿਹੜੇ ਹਾਜ਼ਰ ਹੈ ਉਹਨਾਂ ਦੀ ਵੀ ਇਹ ਰਾਏ ਹੈਗੀ ਹੈ ਕਿ ਵੀ ਇਹ ਕੀ ਲੱਗਦਾ ਕਿ ਪਾਰਲੀਮੈਂਟ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਹਿੰਦੂ ਪਤਾ ਜਾਂ ਇਦਾਂ ਦਾ ਬਹੁਗਿਣਤੀ ਨੂੰ ਖੁਸ਼ ਕਰਨ ਲਈ ਸਿਵਲ ਕੋਡ ਦਾ ਜਿਹੜਾ ਹੈਗਾ ਮੁੱਦਾ ਉਠਾਇਆ ਗਿਆ, ਕੀ ਇਹ ਲੱਗਦਾ ਇਹੋ ਜਿਹੀ ਕੋਈ ਗੱਲ ਹੈ? ਸਿੱਖੂ ਸਾਹਿਬ ਵਿੱਚ ਬਹੁ ਗਿਣਤੀ ਦਾ ਕੋਈ ਗੱਲ ਨਹੀਂ ਹੈ, ਇਹਦੇ ਚ ਯੂਨੀਫਾਰਮ ਸਿਵਲ ਕੋਡ ਸਭ ਦੇ ਲਈ ਸਮਾਨ ਆ। ਪਰ ਮੈਂ ਫਿਰ ਕਹਿ ਰਿਹਾ, ਭਾਰਤੀ ਜਨਤਾ ਪਾਰਟੀ ਦਾ ਚੋਣ ਮੈਨੀਫੈਸਟੋ ਸੀਗਾ, ਜੇ ਅਸੀਂ 19 ਚ ਕਿਸੇ ਚੋਣ ਮੈਨੀਫੈਸਟੋ ਨੂੰ ਕਿਹਾ ਵਾ ਅਸੀਂ ਕਰਾਂਗੇ, ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨੂੰ ਕਿਸੇ ਵੀ ਨਜ਼ਰੀਏ ਨਾਲ ਦੇਖਣ, ਪਰ ਇਹਦੇ ਸਭ ਨੂੰ ਫਾਇਦਾ ਹੋਏਗਾ। ਔਰ ਸਿਰਫ ਵਿਰੋਧ ਕਰਨਾ ਇਸ ਲਈ ਆਪਾਂ ਵਿਰੋਧ ਕਰੀਏ, ਮੈਨੂੰ ਦੱਸਣ ਕਿ ਜੇ ਹਿੰਦੂ ਮੈਰਿਜ ਐਕਟ ਅੱਜ ਤੱਕ ਹੈਗਾ, ਮੈਂ ਮਠਾਰੂ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਹਿੰਦੂ ਮੈਰਿਜ ਐਕਟ ਹੈਗਾ, ਉਹ 'ਚ ਅਸੀਂ ਕਿਸੇ ਸਿੱਖ ਜੈਂਟਲਮੈਨ ਵੱਲੋਂ ਡਿਵੋਰਸ ਪਟੀਸ਼ਨ ਫਾਈਲ ਕਰਦੇ ਹੋ, ਅਸੀਂ ਲਿਖ ਦਿੰਦੇ ਆ ਕਿ ਸਾਡਾ ਵਿਆਹ ਆਨੰਦ ਕਾਰਜ ਨਾ ਹੋਇਆ ਸੀ। ਜਿੱਥੇ ਹਿੰਦੂ ਜੈਂਟਲਮੈਨ ਆਪਾਂ ਉੱਥੇ ਲਿਖ ਦਿੰਦੇ ਆ ਕਿ ਹਿੰਦੂ ਰਿਲੀਜੀਅਸ ਰਾਈਟਸ ਨਾ ਹੋਇਆ ਸੀਗਾ। ਫਰਕ ਕੀ ਪੈਂਦਾ? ਆਪਾਂ ਉਹੀ ਚੀਜ਼ਾਂ ਕਰ ਰਹੇ ਆ ਨਾ ਜੀ। ਤੇ ਜਦੋਂ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਸਾਰਿਆਂ ਲਈ ਬਰਾਬਰ ਪਹਿਚਾਣ ਹੋਏਗੀ, ਜਿਹੜੀ ਇਹ ਕਾਸਟ ਦੀ ਗੱਲਾਂ ਕਰਦੇ ਨੇ, ਕੋਈ ਗਡਰੀਏ ਨੇ, ਕੋਈ ਹੋਰ OBC ਆ, ਮੈਂ ਤਾਂ ਕਹਿ ਰਿਹਾ ਸਾਰੇ ਬਰਾਬਰ ਹੋ ਜਾਣਗੇ। ਜਦੋਂ ਸਾਰੇ ਬਰਾਬਰ ਹੋ ਜਾਣਗੇ, ਮੈਨੂੰ ਦੱਸਣ, ਤਿੰਨੋਂ ਤੁਹਾਡੇ ਚੈਨਲ ਤੇ ਪ੍ਰਵਕਤਾ ਬੈਠੇ ਨੇ, ਕਿ ਇਹਦੇ ਨਾਲ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਕੋਈ ਮਿਨੋਰਟੀ ਦਾ ਨੁਕਸਾਨ ਹੋ ਰਿਹਾ, ਕੋਈ ਦੱਸਣ ਤਾਂ ਸਹੀ ਨਾ। ਸਿਰਫ ਇੱਕ ਲਈ ਕਿ ਆਪਾਂ ਜਵਾਬ ਲੈਣਾ, ਬਿਲਕੁਲ ਆਪਾਂ ਜਵਾਬ ਲੈਣੇ ਆ। ਪ੍ਰੋਫੈਸਰ ਮਨਜੀਤ ਸਿੰਘ ਨਾਨਕ ਸਾਹਿਬ ਕਹਿ ਰਹੇ, ਦੱਸੋ ਇਸ ਮੁੱਦੇ ਤੇ ਨੁਕਸਾਨ ਕੀ ਹੈ? ਜਿਹੜੇ ਵਿਰੋਧ ਕਰ ਰਹੇ ਉਹਨਾਂ ਕੋਲੇ ਦਲੀਲ ਕੋਈ ਨਹੀਂ, ਉਹ ਕਹਿੰਦੇ ਨਾ ਤਾਂ ਕੋਈ ਹਿੰਦੂ ਰਾਸ਼ਟਰ ਦੀ, ਹਿੰਦੂ ਪੱਤੇ ਦੀ ਗੱਲ ਹੈਗੀ ਹੈ। ਇਹ ਪਹਿਲਾਂ ਹੀ ਜਿਹੜਾ ਸਾਡੇ ਸੰਵਿਧਾਨ ਘਾੜੇ ਉਹਨਾਂ ਵੱਲੋਂ ਇਸ ਮਾਮਲੇ ਤੇ ਮੁੱਦਾ ਲਿਆਂਦਾ ਗਿਆ, ਅਸੀਂ ਤਾਂ ਪਹਿਲਾਂ ਹੀ ਜਿਹੜਾ ਆਪਣਾ ਜਿਹੜਾ ਮੈਨੀਫੈਸਟੋ ਸੀ ਉਹਦੇ ਦਰਜ ਕੀਤਾ, ਉਹਨੂੰ ਇੰਪਲੀਮੈਂਟ ਕਰ ਰਹੇ ਹਾਂ। ਪਹਿਲਾਂ ਵੀ ਜਿਹੜੇ ਫੈਸਲੇ ਲਏ ਆ ਚੰਗੇ ਨਤੀਜੇ ਆਏ ਆ, ਤੇ ਜੋ ਦੇਸ਼ ਨੂੰ ਇੱਕੋ ਸਿਵਲ ਕੋਡ ਮਿਲੇਗਾ ਇਹਦੇ ਵਿੱਚ ਚੰਗੇ ਨਤੀਜੇ ਆਉਣਗੇ। ਇਹ ਬਾਰ-ਬਾਰ ਕਹਿੰਦੇ ਆ ਕਿ ਅਸੀਂ ਹਿੰਦੂ ਕੋਡ ਬਿੱਲ ਲਿਆ ਕੇ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਾਂਗੇ, ਸਾਰਿਆਂ ਨੂੰ ਬਰਾਬਰ ਕਰ ਦਾਂਗੇ। ਇੱਕ ਜਿਹੜੀ ਅਨਈਵਨਨੈਸ, ਜਿਹੜੀ ਅਸਮਾਨਤਾ ਆ, ਉਹ ਹੁਣੇ ਹੀ ਅਮਰਿੰਦਰ ਹੋਣਾ ਨੇ ਦੱਸੀ ਹੈ ਕਿ ਦੇਖੋ ਸਾਡੇ 'ਚ ਗਰੀਬੀ ਕਿੰਨੀ ਆ, ਤੇ 29% ਲੋਕ ਇੱਕ ਡੰਗ ਦੀ ਰੋਟੀ ਖਾਂਦੇ, 2 ਡੰਗ ਰੋਟੀ ਨਸੀਬ ਨਹੀਂ ਹੁੰਦੀ। ਫਿਰ ਭਈ ਉੱਥੇ ਤੇ ਸਮਾਨਤਾ ਹੋਈ ਨਹੀਂ। ਤੁਸੀਂ ਇਹ ਜੋ ਪੰਗਾ ਲੈ ਕੇ ਕਰਨੀ ਆ, ਇਹ ਕਾਹਦੇ ਲਈ ਹੁਣ ਕਰਨੀ ਹੈ? ਕਾਹਦੇ ਲਈ ਤੁਸੀਂ, ਇਹ ਕੀ ਮੌਕਾ ਹੈਗਾ ਇਹੋ ਜਿਹੇ ਕੰਮ ਨੂੰ ਛੇੜਨ ਦਾ? ਦੂਜੀ ਗੱਲ, ਕਿੰਨੇ ਚਿਰ ਹੋ ਗਿਆ ਰਿਜ਼ਰਵੇਸ਼ਨ? ਹਜੇ ਪਾਰਲੀਮੈਂਟ ਆਪਣੇ ਲਾਹੇ ਲਈ ਹਰ 10 ਸਾਲਾਂ ਬਾਅਦ ਐਕਸਟੈਂਡ ਕਰ ਦਿੰਦੀ ਆ, ਜਦ ਕਿ 10 ਸਾਲਾਂ ਤੱਕ ਰਿਜ਼ਰਵੇਸ਼ਨ ਸੀ। ਤੇ ਇਹ ਉਮੀਦ ਕੀਤੀ ਜਾਂਦੀ ਸੀਗੀ ਭੀਮ ਰਾਓ ਅੰਬੇਦਕਰ ਵੱਲੋਂ ਔਰ ਉਹਨਾਂ ਦੇ ਸਾਰੇ ਜਿਹੜੇ ਕਨਸਟੀਟਿਊਸ਼ਨ ਦੇ ਘਾੜੇ ਆ ਕਿ 10 ਸਾਲਾਂ ਅੰਦਰ ਇਹ ਸਾਡੀ ਸਟੇਟ ਇੰਡੀਅਨ ਗਵਰਨਮੈਂਟ ਆ ਅਸਮਾਨਤਾ, ਜਿਹੜੀ ਜਾਤੀਗਤ ਅਸਮਾਨਤਾ, ਉਹਨੂੰ ਖਤਮ ਕਰੂਗੀ। ਜਾਤੀਗਤ ਦੀ ਮੈਂ ਗੱਲ ਕਰ ਰਿਹਾ, ਹੋ ਗਈ ਜਾਤੀਗਤ ਖਤਮ। ਅੱਜ ਵੀ ਕੋਈ ਮੁੱਛ ਖੜੀ ਕਰਕੇ ਸ਼ਹਿਰ ਦੇ ਕੋਈ ਦਲਿਤ ਜਿਹੜਾ ਵਾ ਪਿੰਡਾਂ ਦੇ ਵਿੱਚ ਰਾਜਪੂਤ ਦੇ ਪਿੰਡ ਚਲੇ ਜਾਏ, ਉਹਦਾ ਧੌਣ ਵੱਢ ਦਿੰਦੇ ਆ। ਤੁਸੀਂ ਕਿਹੜੀ ਸਮਾਨਤਾ ਦੀ, ਕਿਹੜੀ ਬਰਾਬਰਤਾ ਦੀ ਗੱਲ ਕਰਦੇ? 73 ਤੇ ਹਾਲਾਤ ਤੇ ਦੇਖੋ ਤੁਸੀਂ, 75 ਸਾਲਾਂ ਬਾਅਦ ਦੇਸ਼ ਦੇ ਵਿੱਚ ਅਚੀਵ ਕੀ ਕੀਤਾ ਇਸ ਪੱਖ ਤੋਂ। ਰਾਜਨਾਥ ਜਾ ਕੇ ਬਿਆਨ ਦੇ ਰਿਹਾ, ਦੇਖੋ ਜੀ ਮੁਸਲਮਾਨ ਤੇ ਮੈਜੋਰਿਟੀ 'ਚ ਹੋ ਰਿਹਾ, ਉਹ ਤੇ ਬੰਦੇ ਹੀ ਬੜੇ ਪੈਦਾ, ਬੱਚੇ ਬੜੇ ਪੈਦਾ ਕਰਦੇ, 4 ਛਾਤੀਆਂ, ਇਹੋ ਜਿਹੀਆਂ ਗੱਲਾਂ ਕਰਦੇ ਆ। ਹਿੰਦੂ ਮੈਰਿਜ ਐਕਟ ਹੋ ਜਾਊਗਾ ਤੇ ਫਿਰ ਇੱਕੋ ਛਾਤੀ ਸਾਰੇ ਕਰਨਗੇ। ਕੀ ਪ੍ਰਚਾਰ ਕਰਨਾ ਚਾਹੁੰਦੇ ਆ ਤੁਸੀਂ? ਜੇ ਤੁਸੀਂ ਇਹ ਸੋਚ ਕੇ ਦੇਖੋ ਕਿ ਇਸ ਪ੍ਰਚਾਰ ਦੇ ਵਿੱਚ ਰਾਜਨਾਥ ਦੇ ਇੱਕ ਐਡੇ ਵੱਡੇ ਮਿਨਿਸਟਰ ਦੇ ਪੱਧਰ ਤੇ ਜੋ ਕਹਿ ਰਹੇ ਉਹਦੇ 'ਚ ਸੱਚਾਈ ਕਿੰਨੀ ਆ? ਸੱਚਾਈ ਇਸ ਕਰਕੇ ਨਹੀਂ ਕਿ ਨੇਚਰ ਦੇ ਵਿੱਚ ਮੈਜੋਰਿਟੀ ਮੇਲ ਪੈਦਾ ਹੁੰਦੇ ਆ, ਮਾਈਨੋਰਿਟੀ ਔਰਤਾਂ ਪੈਦਾ ਹੁੰਦੀਆਂ, ਤੇ ਜੇ ਇੱਕ 4 ਨਾ ਕਰ ਲੂ ਬਾਕੀ 3 ਬਚ ਨਹੀਂ ਜਾਣਗੇ, ਬਾਕੀ 3 ਤੇ ਛੜੇ ਵੀ ਤੇ ਰਹਿ ਜਾਣਗੇ। ਤੁਸੀਂ ਐਵੇਂ ਇੱਕ ਪ੍ਰਚਾਰ ਕਰਨ ਲਈ ਕਿਸੇ ਦੇ ਵਿਰੁੱਧ ਇਸ ਕਿਸਮ ਦਾ ਕਰਦੇ ਆ, ਇਹ ਉਹਨਾਂ ਤੇ ਬਲਦੀ ਤੇ ਅੱਗ ਅਗਲਿਆਂ ਦੇ ਧਾਰਮਿਕ ਅਕੀਦਿਆਂ ਨੂੰ ਚੇੜ ਕੇ
ਉਹਨਾਂ ਨੂੰ ਜ਼ਖਮ ਕਰਕੇ ਤੁਸੀਂ ਕਿਸੇ ਦੂਸਰੇ ਲੋਕਾਂ ਨੂੰ ਖੁਸ਼ ਕਰਕੇ ਇਸ ਕਿਸਮ ਦੀ ਦੇਸ਼ ਦੇ ਵਿੱਚ ਜ਼ਹਿਰ ਤੇ ਨਫ਼ਰਤ ਦੀ ਰਾਜਨੀਤੀ ਇਹ ਬਣੂਗੀ। ਤੁਸੀਂ ਦੇਖਦੇ ਰਹੇ ਹੋ। ਅਸੀਂ ਤੇ ਭੁਗਤ ਚੁੱਕੇ ਹਾਂ 1947 ਚ ਪੰਜਾਬ ਤੇ ਬਥੇਰਾ ਭੁਗਤ ਚੁੱਕਾ, ਹੁਣ ਸਾਰਾ ਦੇਸ਼ ਭੁਗਤੂਗਾ, ਪਤਾ ਲੱਗ ਜੂਗਾ ਸਾਰਿਆਂ ਨੂੰ। ਅਸੀਂ ਵੀ ਚੁੱਪ ਕਰਕੇ ਬੈਠਾਂਗੇ, ਅਸੀਂ ਵੀ ਦੇਖਾਂਗੇ। ਇੱਕ ਮਿੰਟ ਜੀ, ਦੋ ਗੱਲਾਂ ਨਿੱਕੀਆਂ ਕਰਨੀਆਂ ਮੇਰੇ ਵੱਲ। ਜਿਹੜੀ ਬਾਰ-ਬਾਰ ਮੇਰਾ ਵੀਰ ਨਾਰੰਗ ਜੀ ਕਹਿ ਰਿਹਾ, ਉਹ ਦੇਖੋ ਜੀ ਅਸੀਂ 370 ਕਰਕੇ ਕੱਡਾ ਵੱਡਾ, ਅਸੀਂ ਤੇ ਪ੍ਰੋਗਰਾਮ 'ਚ ਲਿਖਿਆ। ਕਿਹਨੇ ਲਿਖਵਾਇਆ ਸੀ ਪ੍ਰੋਗਰਾਮ 'ਚ? ਅਸੀਂ ਲਿਖਵਾਇਆ ਸੀ ਜਾਂ ਕਸ਼ਮੀਰੀਆਂ ਨੇ ਲਿਖਵਾਇਆ ਸੀ ਵੀ ਧਾਰਾ 370 ਹਟਾਉਣ ਦਾ? ਆਪਣੇ ਪਾਰਟੀ ਦੇ ਮੈਨੀਫੈਸਟੋ 'ਚ ਲਿਖ ਲਓ, ਆਪ ਤੁਸੀਂ ਲਿਖਿਆ, RSS ਨੇ ਲਿਖਵਾਇਆ ਜਾਂ ਤੁਹਾਡੀ ਪਾਰਟੀ ਨੇ ਲਿਖਿਆ? ਹੁਣ ਤੁਸੀਂ ਉਸ ਨੂੰ ਬੜੀ ਅਚੀਵਮੈਂਟ ਦੱਸ ਰਹੇ ਹੋ, ਅਸੀਂ ਤਾਂ ਲਿਖਿਆ ਸੀ ਇਸ ਕਰਕੇ ਪੂਰਾ ਕਰਤਾ। ਭਾਈ ਗੱਲ ਸੁਣ ਲਓ, ਉੱਥੇ ਅੱਗ ਲੱਗੀ ਹੋਈ ਹੈ, ਅੱਗ ਜਾ ਕੇ ਬੰਦੇ ਵੜ ਕੇ ਦੇਖੋ, ਕਰੋ ਵਾਪਸ ਆਪਣੇ ਜਿਹੜੇ ਉੱਥੇ ਜਿਹੜੇ ਆਪਣੇ ਹਿੰਦੂ ਜਾਂ ਜਿਹੜੇ ਵੀ ਪੰਡਿਤ ਜਿਨ੍ਹਾਂ ਨੂੰ ਕਹਿੰਦੇ ਆ ਡਿਸਪਲੇਸ ਹੋਇਆ, ਕਿੰਨੇ ਪੰਡਿਤ ਵਾਪਸ ਕੀਤੇ? ਕਿੰਨਿਆਂ ਨੂੰ ਇੰਪਲਾਇਮੈਂਟ ਦਿੱਤੀ? ਕਿੰਨੇ ਫੌਜੀ ਉਦੋਂ ਬਾਅਦ ਮਰੇ ਧਾਰਾ 370 ਹਟਾਉਣ 2019 ਤੋਂ ਬਾਅਦ? ਕਿੰਨੇ ਉੱਥੇ ਨੌਜਵਾਨ ਮਰੇ ਆ? ਕੀ ਗੱਲਾਂ ਕਰਦੇ? ਸ਼ਾਂਤੀ ਆ, ਬਹੁਤ ਕੁਝ ਚੰਗਾ ਹੋ ਗਿਆ, ਜਾ ਕੇ ਦੱਸੋ ਤੁਸੀਂ। ਮੈਂ ਤੇ ਜਾਣਾ ਆ, ਮੈਂ ਤੇ ਉਹਨਾਂ ਨੂੰ ਮਿਲਦਾ ਆ, ਤੁਸੀਂ ਜਾ ਕੇ ਉੱਥੇ ਦੱਸੋ, ਪਿੰਡਾਂ 'ਚ ਜਾ ਕੇ ਵੇਖੋ ਕਿ ਕੀ ਬਣ ਰਿਹਾ ਉੱਥੇ। ਇੱਕ ਮਿੰਟ, ਜਿਹੜੀ ਆ ਆਪ ਮੈਂ ਭਾਵੇਂ ਮੈਨੂੰ ਦੋਹਰੇ ਟਾਈਮ ਨਾ ਦਿਓ, ਆਪ ਵੀ ਜਿਹੜਾ ਅਸੀਂ ਬਾਰ-ਬਾਰ ਕਹਿੰਦੇ ਸੀ ਕਿ ਦੋਵੇਂ ਇੱਕੋ ਚੀਜ਼ਾਂ ਹੋ ਗਏ ਨਾ ਨੰਗੇ, ਉਹ ਇੱਥੇ ਧਰਮ ਤੇ ਅਟੈਕ ਕਰੀ ਜਾਂਦੇ ਆ ਕਿ ਅਸੀਂ 1925 ਵਾਲੇ ਐਕਟ ਨੂੰ ਬਦਲ ਦਿੱਤਾ ਲਿਆ ਕੇ, ਤੇ ਇਹ ਉਧਰੋਂ ਸ਼ੁਰੂ ਕਰਤਾ ਯੂਨੀਫਾਰਮ ਸਿਵਲ ਕੋਡ। ਕੰਮ ਦੋਵਾਂ ਦਾ ਇੱਕੋ ਹੀ ਆ। ਬੜੇ ਅਫਸੋਸ ਦੀ ਗੱਲ ਆ ਕਿ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣ ਦੀ ਜਗ੍ਹਾ ਇਹ ਦੋਵੇਂ ਪਾਰਟੀਆਂ ਆਪ ਤੇ ਬੀਜੇਪੀ ਧਰਮ ਦੇ ਰਾਜਨੀਤੀ ਤੇ ਉਤਰ ਆਈਆਂ। ਨਾਨਕ ਸਾਹਿਬ, ਮੈਂ ਬਾਕੀ ਮਹਿਮਾਨਾਂ ਤੋਂ ਜ਼ਰੂਰ ਸਵਾਲ ਲਵਾਂਗਾ, ਪਰ ਕਿਉਂਕਿ ਵੱਡਾ ਸਵਾਲ ਕੀਤਾ ਗਿਆ ਪ੍ਰੈਸ ਵੱਲੋਂ, ਉਹ ਕਹਿੰਦੇ ਕਿ ਜੋ ਕੁਝ ਲਿਆਂਦਾ ਜਾ ਰਿਹਾ ਹੈ ਦੇਸ਼ 'ਚ ਗੜਬੜ ਵਾਲੀ ਗੱਲ ਹੈ, ਅੱਗ ਲਾਉਣ ਵਾਲੀ ਗੱਲ ਹੈ, ਫੁੱਟ ਤੇ ਨਫ਼ਰਤ ਦੀ ਰਾਜਨੀਤੀ ਦੀ ਗੱਲ ਹੈ। ਤੇ ਇਹ ਵੀ ਕਿਹਾ ਜਾ ਰਿਹਾ, ਜਿੱਥੋਂ ਤੱਕ ਸਵਾਲ ਹੈ ਆਪ ਦਾ ਤੇ ਭਾਜਪਾ ਦਾ, ਇਹਨਾਂ ਮੁੱਦਿਆਂ ਤੇ ਧਾਰਮਿਕ ਮਾਮਲਿਆਂ ਨੂੰ ਲੈ ਕੇ ਦੋਨਾਂ ਦੀ ਇੱਕੋ ਜਿਹੀ ਬੋਲੀ ਹੈ। ਉਹ ਕਹਿੰਦੇ ਧਾਰਾ 370 ਖਤਮ ਕੀਤੀ ਤੇ ਉੱਥੇ ਕੀ ਬਹਾਲ ਹੋ ਗਿਆ? ਉਸੇ ਤਰ੍ਹਾਂ ਹੀ ਬਦਅਮਨੀ, ਉਸੇ ਤਰ੍ਹਾਂ ਹੀ ਲੋਕਾਂ ਦੀ ਲਾਚਾਰੀ। ਸਿੱਧੂ ਸਾਹਿਬ, ਬੜੇ ਅਫਸੋਸ ਦੀ ਗੱਲ ਹੈ ਕਿ ਮਨਜੀਤ ਸਿੰਘ ਜੀ ਗੱਲ ਤਾਂ ਸਿੱਖ ਕਮਿਊਨਿਟੀ ਦੀ ਇੱਥੇ ਕਰਨ ਲਈ ਬੈਠੇ ਸੀਗੇ, ਪਰ ਗੱਲ ਮੁਸਲਿਮ ਕਮਿਊਨਿਟੀ ਦੀ ਕਰ ਰਹੇ ਨੇ। ਮਤਲਬ ਇਹਨਾਂ ਨੂੰ ਮੁਸਲਿਮ ਕਮਿਊਨਿਟੀ ਦੀ ਜ਼ਿਆਦਾ ਤਕਲੀਫ ਆ, ਇਹ ਨਹੀਂ ਦੱਸ ਸਕੇ ਤੁਹਾਡੇ ਚੈਨਲ ਤੇ ਬੈਠ ਕੇ ਕਿ ਇਹਦੇ 'ਚ ਸਿੱਖਾਂ ਨੂੰ ਕੀ ਖਤਰਾ ਆ। ਬੰਦਿਆਂ ਦੀ ਯਾਰ, ਮੈਂ ਇੰਡੀਅਨਸ ਦੀ ਗੱਲ ਕਰ ਰਿਹਾ, ਮੈਨੂੰ ਹਿੰਦੂ ਸਿੱਖ ਨਾਲ ਕੋਈ ਮਤਲਬ ਨਹੀਂ ਹੈਗਾ, ਉਹ ਸਾਰੇ ਸਿਟੀਜ਼ਨ ਆ। ਮੈਂ ਤੁਹਾਡੀ ਗੱਲ ਦੇ ਵਿੱਚ ਨਹੀਂ ਬੋਲਿਆ ਮਨਜੀਤ ਜੀ। ਚਲੋ ਮੈਂ ਕਰੈਕਟ ਗੱਲ ਆਪਾਂ ਇਹ ਸਮਝੀਏ, ਗੱਲ ਨੂੰ ਆਪਾਂ ਸਮਝੀਏ ਕਿ ਗੱਲ ਆਪਾਂ ਜਿਹੜੇ ਮੁੱਦੇ ਤੇ ਆਪਾਂ ਪੰਜਾਬ 'ਚ ਬੈਠੇ ਆ, ਆਪਾਂ ਪੰਜਾਬ ਤੇ ਇੰਪੈਕਟ ਦੀ ਗੱਲ ਕਰ ਰਹੇ ਆ। ਜੇ ਤਾਂ ਸਿੱਖਾਂ ਦਾ ਕੋਈ ਹੱਕ ਖੋਇਆ ਜਾ ਰਿਹਾ, ਜੇ ਕੋਈ ਸਿੱਖਾਂ ਦਾ ਨੁਕਸਾਨ ਕੀਤਾ ਜਾ ਰਿਹਾ, ਤਾਂ ਮੈਂ ਇਹਨਾਂ ਦੀ ਗੱਲ ਆਪਾਂ ਉੱਥੇ ਕਹਿ ਸਕਦੇ ਆ ਕਿ ਇਸ ਚੀਜ਼ ਤੇ ਸੰਸ਼ੋਧਨ ਕਰ ਦਿਓ। ਉਹ ਜਿਹੜੀ ਮਨਜੀਤ ਸਿੰਘ ਜੀ ਬਾਰ-ਬਾਰ ਗੱਲ ਕਰਦੇ ਨੇ ਜੰਮੂ ਕਸ਼ਮੀਰ ਦੀ, ਮੇਰੇ ਨਾਲ ਚੱਲਣ, ਮੈਂ ਇਹਨਾਂ ਨੂੰ ਦਿਖਾਣਾ ਜੰਮੂ ਕਸ਼ਮੀਰ ਦੇ ਹਾਲਾਤ ਧਾਰਾ 370 ਤੋਂ ਪਹਿਲਾਂ ਦੇ ਕਿਹੜੇ ਸੀਗੇ ਤੇ ਹੁਣ ਕਿੱਦਾਂ ਦੇ ਆ। ਲੋਕਾਂ ਦਾ ਉੱਥੇ ਹਾਲ ਕੀ ਸੀਗਾ? ਸਾਰੇ ਪੈਸੇ ਫਾਰੂਕ ਅਬਦੁੱਲਾ ਔਰ ਉਹਦੀ ਪਾਰਟੀ ਖਾ ਜਾਂਦੀ ਸੀ। ਚਾਹੇ ਕੋਈ ਪਾਰਕਾਂ ਦੀ ਰੈਨੋਵੇਸ਼ਨ ਲਈ ਆਵੇ, ਡਲ ਝੀਲ ਦੀ ਰੈਨੋਵੇਸ਼ਨ ਲਈ ਆਵੇ, ਉੱਥੇ ਕੋਈ ਪੁੱਛ ਨਹੀਂ ਸਕਦਾ ਸੀਗਾ। ਚਲੋ ਆਪਾਂ ਮੁੱਦੇ ਤੇ ਨਾਨਕ ਸਾਹਿਬ ਬਿਲਕੁਲ ਤੁਸੀਂ ਜਵਾਬ ਦੇਤਾ ਇਸ ਮੁੱਦੇ ਤੇ ਜੀ। ਗੱਲ ਇਹ ਆ ਕਿ ਮੈਨੂੰ ਇਹ ਦੱਸਣ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਆਪਾਂ ਬੈਠੇ ਆ, ਇਹਨਾਂ ਨੂੰ ਜਿਹੜੀ ਗੱਲ ਕਰਨ ਲੱਗੇ ਨੇ, ਆਪਾਂ ਵਿਦ ਡਿਊ ਰਿਸਪੈਕਟ, ਨਾ ਤਾਂ ਅਸੀਂ ਇਹਨਾਂ ਦੇ ਧਰਮ 'ਚ ਦਖਲ ਦੇ ਰਹੇ ਆ, ਸਿਰਫ ਇੱਕ ਯੂਨੀਫਾਰਮ ਸਿਵਲ ਕੋਡ ਆ ਵੀ ਸਾਰੇ ਦੇਸ਼ ਇੱਕ ਕਾਨੂੰਨ ਹੋਣਾ ਚਾਹੀਦਾ। ਆਪਾਂ ਦੇਖੋ ਸੰਵਿਧਾਨ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ, ਹਰ ਚੀਜ਼ ਇਹਨਾਂ ਦੀ ਸਹੀ ਆ ਕਿ 10 ਸਾਲ ਬਾਅਦ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ, ਨਹੀਂ ਹੋਈਆਂ, ਪਰ ਕੁਝ ਚੀਜ਼ਾਂ ਨੂੰ ਕੀਤਾ ਜਾ ਰਿਹਾ ਤਾਂ ਆਪਾਂ ਉਹਦੇ 'ਚ ਅੜਚਨ ਨਾ ਪਾਈਏ ਸਿਰਫ ਵਿਰੋਧ ਕਰਨ ਲਈ ਕਿ ਅਸੀਂ ਵਿਰੋਧ ਕਰਨਾ ਹੀ। ਮਿਹਰਬਾਨੀ ਤੁਹਾਡੀ ਗੱਲ ਆ ਗਈ। ਆਪਾਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈ ਲਈਏ, ਫਿਰ ਆਵਾਂਗੇ ਇਸ ਮੁੱਦੇ ਤੁਹਾਡੇ ਵੱਲ। ਮਠਾੜੂ ਸਾਹਿਬ, ਨਾਰੰਗ ਸਾਹਿਬ ਦਾ ਕਹਿਣਾ ਕਿ ਦੱਸੋ ਤਾਂ ਸਹੀ ਕਿ ਇਸ ਮਾਮਲੇ 'ਚ ਪੰਜਾਬ ਜਾਂ ਸਿੱਖ ਭਾਈਚਾਰੇ ਨੂੰ ਮੁਸ਼ਕਲ ਕੀ ਹੈ? ਜੇ ਸਾਂਝੇ ਸਿਵਲ ਕੋਡ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਸਾਰਿਆਂ 'ਚ ਸਮਾਨਤਾ ਦੀ ਗੱਲ ਕੀਤੀ ਜਾ ਰਹੀ ਹੈ, ਜਾਂ ਦੱਸੋ ਕਿ ਹਿੰਦੂ ਮੈਰਿਜ ਐਕਟ ਦੀ ਗੱਲ ਹੈ ਜਾਂ ਆਨੰਦ ਮੈਰਿਜ ਐਕਟ ਦੀ ਗੱਲ ਹੈ, ਕਿਹੜੀ ਗੱਲ ਹੈ ਜਿੱਥੇ ਕੋਈ ਦਖਲ ਦਿੱਤਾ ਗਿਆ? ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਸਾਡੇ ਵੱਡੇ ਭਾਈ ਨਾਰੰਗ ਸਾਹਿਬ ਜਿਹੜੇ ਹੈਗੇ ਆ, ਮੈਂ ਬੜਾ ਸਤਿਕਾਰ ਕਰਦਾ ਇਹਨਾਂ ਦਾ, ਵਕੀਲ ਸਾਹਿਬ ਹੈਗੇ ਆ, ਇਹ ਗੱਲ ਨੂੰ ਘੁਮਾ ਰਹੇ ਆ। ਇਹ ਪੂਰੇ ਦੇਸ਼ ਦੇ ਵਿੱਚ ਜਿਹੜਾ ਸਿਵਲ ਕੋਡ ਲਾਗੂ ਹੋ ਰਿਹਾ ਹੈ ਉਹਨੂੰ ਇਕੱਲੇ ਪੰਜਾਬ ਨਾਲ ਦੱਸ ਰਹੇ ਆ ਕਿ ਪੰਜਾਬ ਦੇ ਵਿੱਚ ਇਹਦਾ ਕੀ ਨੁਕਸਾਨ ਹੈ, ਜਦੋਂ ਤੁਸੀਂ ਪੂਰੇ ਦੇਸ਼ ਦੇ ਵਿੱਚ, ਜਾਂ ਤਾਂ ਤੁਸੀਂ ਕਹੋ ਅਸੀਂ ਸਿਰਫ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ, ਪੂਰੇ ਦੇਸ਼ ਦੇ ਵਿੱਚ ਸਿਵਲ ਕੋਡ ਲਾਗੂ ਕਰਨ ਦੀ ਗੱਲ ਤੁਸੀਂ ਕਰ ਰਹੇ ਹੋ, ਔਰ ਮਾਈਨੋਰਟੀਜ਼ ਪੂਰੇ ਦੇਸ਼ ਦੇ ਵਿੱਚ। ਇਹ ਨਹੀਂ ਹੈ ਵੀ ਇਕੱਲਾ ਸਿੱਖ ਪੰਜਾਬ ਦੇ ਵਿੱਚ ਹੀ ਬੈਠੇ ਆ, ਪੂਰੇ ਦੇਸ਼ ਦੇ ਵਿੱਚ ਬੈਠੇ ਆ। ਮਠਾੜੂ ਸਾਹਿਬ, ਇੱਕ ਸੈਕਿੰਡ ਮੈਂ ਟੋਕਣ ਲੱਗਾ,
ਜਦੋਂ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਹੈ ਕਿ ਲੱਗਦਾ ਕਿ ਅਕਾਲੀ ਦਲ ਪੂਰੇ ਦੇਸ਼ ਦੇ ਮੁੱਦੇ ਤੇ ਲੈ ਕੇ ਵਿਰੋਧ ਕਰ ਰਿਹਾ ਹੈ ਕਿ ਜਾਂ ਇਕੱਲਾ ਪੰਜਾਬ ਦੇ ਮੁੱਦੇ ਤੇ ਵਿਰੋਧ ਕਰ ਰਿਹਾ ਹੈ? ਨਹੀਂ, ਸ਼੍ਰੋਮਣੀ ਅਕਾਲੀ ਦਲ ਮਿਨੋਰਟੀ ਦੀ ਪਾਰਟੀ ਆ ਔਰ ਨੁਮਾਇੰਦਾ ਜਥੇਬੰਦੀ ਆ ਮਿਨੋਰਟੀ ਦੀ, ਔਰ ਜੀ। ਉਹਨਾਂ ਨੇ ਵੇਖਣਾ ਹੈ, ਹਰ ਇੱਕ ਮਿਨੋਰਟੀ ਦਾ ਪੱਖ ਵੇਖਣਾ। ਦੇਖੋ ਪਿੱਛੇ ਜੇ ਰੌਲਾ ਪਿਆ ਕਿ ਰਾਸ਼ਟਰਪਤੀ ਨੂੰ ਵੋਟ ਪਾਤੀ ਜੀ, ਭਾਜਪਾ ਨੂੰ ਵੋਟ ਪਾਤੀ ਜੀ, ਇਹ ਗੱਲ ਨਹੀਂ ਸੀ। ਉਸ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਫੈਸਲਾ ਲਿਆ ਸੀ, ਇੱਕ ਮਿਨੋਰਟੀ ਦੇ ਕਬੀਲੇ ਦੇ ਵਿੱਚੋਂ ਆਉਂਦੇ ਸੀਗੇ ਮਾਨਯੋਗ ਰਾਸ਼ਟਰਪਤੀ ਜੀ, ਉਹ ਇਸ ਕਰਕੇ ਉਹਨਾਂ ਨੂੰ ਵੋਟ ਪਾਈ ਗਈ ਸੀ ਕਿਉਂਕਿ ਮਿਨੋਰਟੀ ਦੀ ਜਿਹੜੀ ਹੈਗੀ, ਅਸੀਂ ਹਮੇਸ਼ਾ ਗੱਲ ਕਰਦੇ ਹਾਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਇਸ ਕਰਕੇ ਸਾਨੂੰ ਇਹ ਪੂਰੇ ਦੇਸ਼ 'ਚ ਦੇਖਣ ਵਾਲੀ ਗੱਲ ਹੈ। ਇਹ ਜਿਹੜੀ ਗੱਲ ਅੱਜ ਇਹ ਕਰਦੇ ਆ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ, ਇਹ ਕਹਿੰਦੇ ਕੋਈ ਫਰਕ ਨਹੀਂ ਪੈਣਾ, ਫਰਕ ਪੈਣਾ, ਪੂਰਾ ਹੀ ਫਰਕ ਪੈਣਾ। ਇਹ ਦੇਸ਼ ਨੂੰ ਬਿਲਕੁਲ ਅੱਗ ਲਾਉਣ ਵਾਲੀ ਗੱਲ ਹੈ ਕਿਉਂਕਿ ਜਿਹੜੇ ਲੋਕ ਮਿਨੋਰਟੀ ਦੇ ਆ, ਜਿਨ੍ਹਾਂ ਦੀਆਂ ਆਪਣੀਆਂ ਕਸਟਮਸ ਹੈਗੀਆਂ, ਆਪਣੀਆਂ ਜਿਨ੍ਹਾਂ ਦੀਆਂ ਟ੍ਰੈਡੀਸ਼ਨਸ ਹੈਗੀਆਂ, ਆਪਣੇ ਕਾਰ ਵਿਹਾਰ ਹੈਗੇ ਆ, ਉਹਨਾਂ ਨੇ ਉਸ ਹਿਸਾਬ ਨਾਲ ਚੱਲਣਾ। ਕੱਲ ਨੂੰ ਫਿਰ ਉਹਨਾਂ ਨੇ ਕਹਿਣਾ ਭਾਈ ਫਿਰ ਸਾਡਾ ਤਾਂ ਦੇਸ਼ ਹੀ ਅੱਡ ਦੇ ਦਿਓ, ਜਿਵੇਂ ਪਿੱਛੇ ਮੂਵਮੈਂਟਾਂ ਉੱਠਦੀਆਂ ਰਹੀਆਂ, ਉਹਨਾਂ ਨੇ ਕਹਿਣਾ ਅਸੀਂ ਦੇਸ਼ ਹੀ ਅਲੱਗ ਬਣਾ ਲੈਂਦੇ ਹਾਂ, ਸਾਨੂੰ ਅਲੱਗ ਕਰ ਦਿਓ। ਫਿਰ ਉਹ ਗੱਲ ਦੇਸ਼ ਜੋੜਨ ਵਾਲੀ ਰਹੂਗੀ ਜਾਂ ਦੇਸ਼ ਤੋੜਨ ਵਾਲੀ ਰਹੂਗੀ। ਮੈਂ ਇਹ ਗੱਲ ਕਹਿਣਾ ਕਿ ਇਹ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ, ਇਹ ਜਿਹੜੇ ਹਰ ਇੱਕ ਦੇਸ਼ ਨਾਗਰਿਕ ਹੈ ਜਿਹੜਾ ਪੰਜਾਬ ਦੇਸ਼ ਦੇ ਵਿੱਚ ਸਾਡੇ ਭਾਰਤੀ ਹੈਗਾ ਜਿਹੜਾ ਨਾਗਰਿਕ ਹੈ, ਚਾਹੇ ਉਹ ਕਿਸੇ ਕਮਿਊਨਿਟੀ ਦਾ ਚਾਹੇ ਕਿਸੇ ਧਰਮ ਦਾ ਕਿਸੇ ਪਾਸੇ ਦਾ ਹੈਗਾ, ਉਹਨੂੰ ਆਪਣੇ ਭਾਰਤ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਪੂਰਾ ਹੱਕ ਹੈ ਕਿ ਉਹਦੇ ਜਿਹੜਾ ਹੈਗਾ ਰੀਤੀ ਰਿਵਾਜਾਂ ਦੇ ਉੱਪਰ, ਉਹਦੇ ਕਲਚਰ ਦੇ ਉੱਪਰ, ਉਹਦੇ ਪਹਿਰਾਵੇ ਦੇ ਉੱਪਰ ਕੋਈ ਟੀਕਾ ਟਿੱਪਣੀ। ਅੱਜ ਤਾਂ ਸਿੱਧੂ ਸਾਹਿਬ ਇਹ ਗੱਲ ਆਈ ਹੈ ਕਿ ਅਸੀਂ ਸਿਵਲ ਕੋਡ ਦੀ ਗੱਲ ਕਰਦੇ ਹਾਂ ਕਿ ਜਿਹੜਾ ਕਾਨੂੰਨ ਹੈ, ਕੱਲ ਨੂੰ ਇਹ ਡਰੈਸ ਤੇ ਵੀ ਆ ਸਕਦਾ ਕਿ ਭਾਈ ਸਾਰਿਆਂ ਨੇ ਇਹੋ ਜਿਹਾ ਪਹਿਰਾਵਾ ਕਰਨਾ ਹੈ। ਤੁਸੀਂ ਜਿਵੇਂ ਸਾਡੇ ਹੁਣ ਨਿਹੰਗ ਸਿੰਘ ਹੈ ਕਿ ਤੁਸੀਂ ਭਾਈ ਇਸ ਤਰ੍ਹਾਂ ਕਿਰਪਾਨ ਨਹੀਂ ਪਾ ਸਕਦੇ, ਤੁਸੀਂ ਕਕਾਰ ਨਹੀਂ ਪਾ ਸਕਦੇ। ਇਹ ਕਾਨੂੰਨ ਹੈ ਕਿ ਜਿਹੜਾ ਪਹਿਰਾਵਾ ਹੈ ਸਾਰਾ ਇੱਕ ਦੇਸ਼ ਦਾ ਬਰਾਬਰ ਕਾਨੂੰਨ ਦਾ ਬਣਾਤਾ ਸੀ, ਇਹ ਉਹ ਬਰਾਬਰ ਹੋਏਗਾ। ਸੋ ਗੱਲ ਤਾਂ ਇੱਥੋਂ ਸ਼ੁਰੂ ਕਰਕੇ ਕੀ ਪਤਾ ਕਿੱਥੇ ਜਾ ਕੇ ਕਰਨੀ। ਸੋ ਇਹ ਚੀਜ਼ਾਂ ਨੂੰ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਇਹ ਗੱਲ ਨਾ ਇਹ ਕਹਿਣ ਕਿ ਪੰਜਾਬ ਨਾਲ ਸਿੱਖਾਂ ਨਾਲ ਦੱਸੋ ਇਹਦਾ ਕੀ ਹੈ। ਪਿੱਛੇ ਜੇ ਜਿਵੇਂ ਇੱਥੇ ਆਮ ਆਦਮੀ ਪਾਰਟੀ ਨੇ ਕੀਤਾ ਸੀ ਤੇ ਇਹਨਾਂ ਨੇ ਕਿਹਾ ਕਿ ਲਾਇਸੈਂਸ ਹੈ ਜਿਹੜੇ ਉਹ ਰੱਦ ਕਰ ਦਿਓ, ਤੁਹਾਨੂੰ ਕਿਰਪਾਨ ਦਾ ਲਾਇਸੈਂਸ ਵੀ ਬਣਾਉਣਾ ਪਏਗਾ। ਉਹ ਟ੍ਰੈਡੀਸ਼ਨਸ ਨੇ, ਉਹ ਸਾਡੇ ਸਿੱਖਾਂ ਦੀਆਂ ਟ੍ਰੈਡੀਸ਼ਨਸ ਨੇ, ਦਮਾਲਾ ਬੰਨਣਾ, ਕਿਰਪਾਨ ਰੱਖਣਾ, ਕਕਾਰ ਰੱਖਣਾ, ਇਹ ਸਾਡੀਆਂ ਟ੍ਰੈਡੀਸ਼ਨਸ ਨੇ। ਕੱਲ ਨੂੰ ਤੁਸੀਂ ਉਹਨਾਂ ਨੂੰ ਹਥਿਆਰ ਸਾਬਤ ਕਰ ਦਿਓਗੇ, ਕਾਨੂੰਨ ਬਣਾ ਦਿਓਗੇ ਕਿ ਇਹ ਹਥਿਆਰ ਨੇ, ਹਥਿਆਰ ਨੂੰ ਲੈ ਕੇ ਕਿਤੇ ਜਾ ਨਹੀਂ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਚੀਜ਼ਾਂ ਦੇਖ ਕੇ ਜਿਹੜਾ ਕਾਨੂੰਨਾਂ ਦੇ ਵਿੱਚ ਸੋਧ ਹੁੰਦੀ ਆ, ਸਾਰਾ ਕੁਝ ਦੇਖਣਾ ਪੈਂਦਾ। ਟ੍ਰੈਡੀਸ਼ਨਸ ਨੂੰ ਦੇਖ ਕੇ ਹੀ ਕਾਨੂੰਨ ਬਣਦੇ ਆ, ਪਹਿਰਾਵੇ ਨੂੰ ਦੇਖ ਕੇ ਕਾਨੂੰਨ ਬਣਦੇ ਆ, ਤੇ ਕੌਮਾਂ ਦੇ ਜਿਹੜੇ ਧਰਮ ਦੇ ਜਾਤਾਂ ਦੇ ਆਧਾਰ ਤੇ ਜਾਂ ਜੋ ਵੀ ਹੈ ਸਾਰਾ ਕੁਝ ਦੇਖ ਕੇ ਕਾਨੂੰਨਾਂ ਦੀ ਬਣਤਰ ਹੁੰਦੀ ਹੈ। ਇਹ ਨਹੀਂ ਹੈ ਕਿ ਤੁਹਾਡੀ ਮੈਜੋਰਟੀ ਹੈਗੀ ਆ ਚਲੋ ਚੱਕ ਦਿਓ ਕੰਮ, ਜਿਵੇਂ ਕਰ ਦਿਓ ਪੱਧਰਾ। ਇਹ ਇਸ ਤਰ੍ਹਾਂ ਨਹੀਂ ਠੀਕ ਹੋਇਆ ਕਰਦਾ। ਇਹਦੇ ਤੇ ਵਿਚਾਰਨ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਹੈ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਿਹਾ ਜੀ। ਅਮਰਿੰਦਰ ਜੀ, ਭਾਜਪਾ ਦਾ ਕਹਿਣਾ ਹੈ ਕਿ ਜਦੋਂ ਇਕਸਾਰਤਾ ਦੀ ਗੱਲ, ਸਮਾਨਤਾ ਦੀ ਗੱਲ ਹੋ ਰਹੀ ਹੈ ਤਾਂ ਇਹ ਕਿੱਥੋਂ ਵਿਤਕਰਿਆਂ ਦੀ ਗੱਲ ਕਿੱਥੋਂ ਆ ਗਈ, ਨਫ਼ਰ ਦੀ ਗੱਲ ਕਿੱਥੋਂ ਆ ਗਈ, ਘੱਟ ਗਿਣਤੀਆਂ ਲਈ ਖਤਰੇ ਦੀ ਗੱਲ ਕਿੱਥੋਂ ਆ ਗਈ? ਸਿੱਧੂ ਸਾਹਿਬ ਦੇਖੋ, ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਇਹਨਾਂ ਨੇ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਦੀ ਗੱਲ ਕੀਤੀ ਹੈ। ਪਹਿਲਾਂ ਤਾਂ ਆਪਣੇ ਕੋਲੋਂ ਉਹੀ ਨਹੀਂ ਮੁੱਕ ਰਿਹਾ ਕੰਮ। ਰਾਸ਼ਟਰਪਤੀ ਤਾਂ ਹਰ ਥਾਂ ਮੱਥਾ ਨਹੀਂ ਟੇਕ ਸਕਦਾ ਜਾ ਕੇ ਹਿੰਦੁਸਤਾਨ ਦਾ, ਉਹਨੂੰ ਵੜਨ ਨਹੀਂ ਦਿੰਦੇ ਮੰਦਰਾਂ 'ਚ। ਐਸੀਆਂ ਇੰਸਟੈਂਸਿਸ ਸਾਡੇ ਸਾਹਮਣੇ ਆ ਕਿ ਮੰਦਰ ਦੇ ਵਿੱਚ ਰਾਸ਼ਟਰਪਤੀ ਮੱਥਾ ਨਹੀਂ ਟੇਕ ਸਕਦਾ ਕਿਉਂਕਿ ਉਹ ਦਲਿਤ ਹੈ, ਕਿਉਂਕਿ ਉਹ ਸ਼ਡਿਊਲ ਟ੍ਰਾਈਬ ਹੈ ਜਾਂ ਉਹ ਮੁਸਲਮਾਨ ਹੈ। ਸੋ ਇੱਥੇ ਤੱਕ ਤਾਂ ਮਤਲਬ ਜਿਹੜੀ ਲਕੀਰਾਂ ਖਿੱਚੀਆਂ ਹੋਈਆਂ। ਤੇ ਆਪਾਂ ਗੱਲ ਕਰ ਰਹੇ ਹਾਂ ਯੂਨੀਫਾਰਮ ਸਿਵਲ ਕੋਡ ਦੀ। ਤੇ ਮੇਰੇ ਜਿਹੜੇ ਕਕਾਰ ਹੈ, ਜਿਵੇਂ ਮਠਾਰੂ ਸਾਹਿਬ ਨੇ ਗੱਲ ਕੀਤੀ ਹੈ, ਸਾਡੇ ਬੱਚਿਆਂ ਨੂੰ ਤਾਂ ਅੱਜ ਹੀ ਇਹ ਕਹਿ ਰਹੇ ਬਈ ਜੇ ਪੇਪਰ ਦੇਣਾ ਤਾਂ ਕਕਾਰ ਉਤਾਰ ਕੇ ਆਇਓ ਆਪਣੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ। ਕਿੰਨੀਆਂ ਇੰਸਟੈਂਸਿਸ ਆਪਾਂ ਰੋਜ਼ ਦੇਖ ਰਹੇ ਹਾਂ ਅਖਬਾਰਾਂ ਦੇ ਵਿੱਚ ਆਉਂਦੀਆਂ। ਬੱਚੇ ਜਿਹੜੇ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਤੁਸੀਂ ਆਪਣੇ ਕਕਾਰ ਉਤਾਰੋ ਫਿਰ ਐਗਜ਼ਾਮੀਨੇਸ਼ਨ 'ਚ ਬੈਠਣ ਦਾਂਗੇ, ਨਹੀਂ ਅਨਪੜ੍ਹ ਰਹੋ। ਸੋ ਜੇ ਮਤਲਬ ਇੰਨੀ ਨਫ਼ਰਤ ਦੀ ਜਿਹੜੀ ਉਹ ਫੈਲਾਈ ਜਾ ਰਹੀ ਹੈ ਜਾਂ ਇਗਨੋਰੈਂਸ ਸਮਝ ਲਓ ਜਾਂ ਜਾਣਬੁੱਝ ਕੇ ਸਮਝ ਲਓ, ਜੋ ਵੀ ਹੈ। ਜਿਵੇਂ ਮਠਾਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਕੱਲ ਨੂੰ ਸਿਵਲ ਡਰੈਸ ਯੂਨੀਫਾਰਮ ਡਰੈਸ ਦੇ ਉੱਪਰ ਆਉਣਗੇ। ਇਹ ਯੂਨੀਫਾਰਮ ਡਰੈਸ ਤੇ ਨਹੀਂ ਆਉਣਗੇ, ਯੂਨੀਫਾਰਮ ਝੰਡੇ ਤੇ ਵੀ ਆਉਣਗੇ। ਕਹਿਣਗੇ 3 ਰੰਗ ਹਟਾ ਦਿਓ, ਇਹਨੂੰ ਆਪਾਂ ਭਗਵਾਂ ਹੀ ਕਰਨਾ ਹੈ, ਇਹਨੂੰ ਇੱਕੋ ਹੀ ਰੰਗ ਦਾ ਬਣਾਉਣਾ ਹੈ। ਇਹ ਇੱਥੇ ਵੀ ਗੱਲ ਆਏਗੀ। ਸੋ ਆਪਾਂ ਇੱਧਰ ਨੂੰ ਨਾ ਵਧੀਏ ਤੇ ਇਹਦੇ ਵਿੱਚ ਹੀ ਮਤਲਬ ਸਭ ਦੀ ਭਲਾਈ ਹੈ, ਦੇਸ਼ ਦੀ ਭਲਾਈ ਹੈ, ਖਿੱਤੇ ਦੀ ਭਲਾਈ ਹੈ। ਸੋ ਮੇਰੀ ਤਾਂ ਬੇਨਤੀ ਇਹਨਾਂ ਨੂੰ ਇਹ ਹੈ, ਦੇਸ਼ ਦਾ ਕੌਮੀ ਝੰਡਾ ਹੈ। ਮੈਂ ਕਿਹਾ ਜੀ ਯੂਨੀਫਾਰਮ ਝੰਡਾ ਚਾਹੀਦਾ ਨਾ ਜੀ, ਯੂਨੀਫਾਰਮਿਟੀ ਚਾਹੀਦੀ ਹੈ। ਰੰਗ ਵੱਖਰੇ ਵੱਖਰੇ ਚਾਹੀਦੇ ਹੀ ਨਹੀਂ ਸਾਨੂੰ। ਉਹ ਵਿੱਚੋਂ ਚੱਕਰ ਵੀ ਹਟਾ ਦਿਓ, ਉਹਦੇ ਜਿਹੜੀਆਂ ਸਪੋਕਸਾਂ ਸਾਰੀਆਂ ਖਤਮ ਕਰ ਦਿਓ। ਯੂਨੀਫਾਰਮ ਚਾਹੀਦਾ ਝੰਡਾ। ਜੇ ਆਪਾਂ ਯੂਨੀਫਾਰਮਿਟੀ ਲੈਣੀ ਹੈ ਫਿਰ ਸਾਰੇ ਪਾਸੇ ਨੂੰ ਯੂਨੀਫਾਰਮਿਟੀ ਕਰੋ ਨਾ। ਫਿਰ ਆਪਾਂ ਪਿਕ ਐਂਡ ਚੂਜ਼ ਕਿਉਂ ਕਰਦੇ ਹਾਂ ਕਿ ਵੀ ਕਿਉਂਕਿ ਸਾਡੀ ਮੈਜੋਰਟੀ ਆ, ਅਸੀਂ 80% ਹੈ, ਇਸ ਕਰਕੇ ਸਾਡੇ ਸਿਵਲ ਰਾਈਟਸ ਜਿਹੜੇ ਉਹ ਚੱਲਣਗੇ। ਭਾਵੇਂ ਤੁਸੀਂ ਸਿੱਖ ਹੋ, ਭਾਵੇਂ ਤੁਸੀਂ ਜੈਨ ਹੋ, ਭਾਵੇਂ ਕੁਛ ਹੋ, ਆਉਂਗੇ ਤੁਸੀਂ ਹਿੰਦੂ ਮੈਰਿਜ ਐਕਟ 'ਚ।
ਸਾਨੂੰ ਆਨੰਦ ਮੈਰਿਜ ਐਕਟ ਅਸੀਂ ਨਹੀਂ ਦਾਂਗੇ, ਤੁਹਾਡੀ ਜਿੰਨੇ ਵੀ ਲਿਟੀਗੇਸ਼ਨ ਹੋਏਗੀ ਉਹ ਹਿੰਦੂ ਮੈਰਿਜ ਐਕਟ 'ਚ ਹੀ ਹੋਏਗੀ। ਮਤਲਬ ਇਹ ਸਾਡੇ ਨਾਲ ਧੱਕਾ ਕਿਉਂ ਹੋ ਰਿਹਾ? ਅਸੀਂ ਤਾਂ ਉਸ ਨੂੰ ਰੋ ਰਹੇ ਹਾਂ ਵੀ ਸਾਨੂੰ ਵੱਖਰਾ ਬਣਾਓ, ਇਹ ਕਹਿ ਰਹੇ ਨਹੀਂ ਅਸੀਂ ਸਾਰਿਆਂ ਨੂੰ ਯੂਨੀਫਾਰਮ ਕਰ ਦੇਣਾ। ਸੋ ਇਹ ਮਤਲਬ ਇੱਧਰ ਨੂੰ ਨਹੀਂ ਗੱਲ ਜਾਣੀ ਚਾਹੀਦੀ। ਮੇਰੀ ਬੇਨਤੀ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਇਹੀ ਹੈ ਕਿ ਆਪਣੀ ਲੀਡਰਸ਼ਿਪ ਨੂੰ ਇਹ ਸਮਝਾਉਣ ਕਿ ਇੱਧਰ ਨੂੰ ਆਪਾਂ ਨਾ ਚੱਲੀਏ। ਜੀ ਨਾਰੰਗ ਸਾਹਿਬ, ਵਿਰੋਧੀ ਧਿਰਾਂ ਵੱਲੋਂ ਜਾਂ ਜਿਹੜੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ, ਵੱਡੀ ਗੱਲ ਜਿੱਦਾਂ ਅਮਰਿੰਦਰ ਜੀ ਨੇ ਕਿਹਾ ਵੀ ਕੱਲ੍ਹ ਨੂੰ ਪਹਿਰਾਵੇ ਦੀ ਗੱਲ, ਮਠਾੜੂ ਸਾਹਿਬ ਦਾ ਇਹ ਕਿਹਾ ਕਿ ਅੱਗੇ ਜਾ ਕੇ ਗੱਲ ਪਤਾ ਨਹੀਂ ਕਿੱਥੇ ਜਾ ਕੇ ਖੜੀ ਹੋਏਗੀ, ਤੇ ਫਿਰ ਕੌਮੀ ਝੰਡੇ ਦੇ ਮਾਮਲੇ 'ਤੇ ਵੀ ਆ ਸਕਦੀ ਹੈ ਕਿ ਇਹਦੇ 'ਤੇ ਕਿੱਦਾਂ ਇਕਸਾਰਤਾ ਹੋ ਸਕਦੀ ਹੈ, ਕਿੱਦਾਂ ਇੱਕ ਰੰਗ ਹੋ ਸਕਦਾ ਹੈ। ਸੋ ਵੱਡੇ ਖਦਸ਼ੇ ਹੈ, ਇਹ ਖਦਸ਼ੇ ਕਿਉਂ ਆ ਰਹੇ, ਆਖਰ ਇਹਦਾ ਪਿਛੋਕੜ ਕੀ ਹੈ ਇਹਨਾਂ ਖਦਸ਼ਿਆਂ ਦਾ? ਦੇਖੋ ਸਿੱਧੂ ਸਾਹਿਬ, ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ 25 ਸਾਲ ਅਸੀਂ ਕੋਲੀਸ਼ਨ 'ਚ ਸਰਕਾਰ ਚਲਾਈ ਆ। ਬਿਲਕੁਲ ਜੀ। ਸਾਡੇ ਨਾਲੋਂ ਜ਼ਿਆਦਾ ਸਿੱਖਾਂ ਦੇ ਧਾਰਮਿਕ ਰੀਤ ਰਿਵਾਜ ਨੂੰ ਕੋਈ ਨਹੀਂ ਸਮਝਦਾ। ਕਾਂਗਰਸ ਇਹਨਾਂ ਦੀ ਫੀਲਿੰਗ ਨਹੀਂ ਸਮਝ ਸਕਦੀ। ਇਹ ਅੱਜ ਤੱਕ ਕੋਈ ਦੱਸ ਦੇਣ ਕਿ ਕਦੀ ਸਿੱਖਾਂ ਦੇ ਧਾਰਮਿਕ ਦੇ ਵਿੱਚ, ਧਾਰਮਿਕ ਅਧਿਕਾਰਾਂ ਦੇ ਵਿੱਚ, ਧਾਰਮਿਕ ਜਿਹੜੇ ਉਹਨਾਂ ਦੇ ਪਹਿਰਾਵਾ ਵਾ, ਕਦੀ ਵੀ ਭਾਰਤੀ ਜਨਤਾ ਪਾਰਟੀ ਨੇ ਦਖਲ ਨਹੀਂ ਦਿੱਤਾ। ਔਰ ਮੈਂ ਤੁਹਾਡੇ ਚੈਨਲ ਤੇ ਬੈਠ ਕੇ ਕਹਿ ਰਿਹਾ, ਔਰ ਨਾ ਹੀ ਕਦੀ ਫਿਊਚਰ 'ਚ ਐਸਾ ਹੋਏਗਾ। ਜਿਹੜਾ ਯੂਨੀਫਾਰਮ ਸਿਵਲ ਕੋਡ ਆ ਉਹ ਇੱਕ ਅਲੱਗ ਚੀਜ਼ ਹੈ, ਕਿਸੇ ਦਾ ਪਹਿਰਾਵਾ ਕਿਸੇ ਧਰਮ ਦਾ ਉਹ ਇੱਕ ਅਲੱਗ ਚੀਜ਼ ਆ। ਖਦਸ਼ਾ ਹੈ, ਖਦਸ਼ਾ ਤਾਂ ਆਪਾਂ ਸਿਰਫ ਵਿਰੋਧ ਕਰਨਾ ਇਸ ਲਈ ਆਪਾਂ ਕਹੀ ਜਾਈਏ ਕਿ ਆਪਾਂ ਵਿਰੋਧ ਹੀ ਕਰਨਾ ਆ। ਦੇਖੋ ਮੈਂ ਫਿਰ ਇੱਕ ਬੜੀ ਵਿਨਮਰਤਾ ਨਾਲ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਇਹਦੇ ਤੇ ਪਾਰਲੀਮੈਂਟ ਤੇ ਡਿਬੇਟ ਚੱਲ ਰਹੀ ਆ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਨੇ, ਬਾਕੀ ਕਮਿਊਨਿਟੀਆਂ ਦੇ ਵੀ ਮੈਂਬਰ ਪਾਰਲੀਮੈਂਟ ਨੇ। ਆਪਾਂ ਨੂੰ ਉਹ 'ਚ ਪਾਰਲੀਮੈਂਟ 'ਚ ਤੇ ਹੈਲਦੀ ਡਿਬੇਟ ਕਰਨੀ ਚਾਹੀਦੀ ਆ। ਉਹਦੇ ਤੇ ਜੋ ਸਰਬਸੰਮਤੀ ਨਾਲ ਫੈਸਲਾ ਆਵੇ ਉਹਨੂੰ ਸਵੀਕਾਰ ਕਰਨਾ ਚਾਹੀਦਾ, ਉੱਥੇ ਡਿਬੇਟ ਕਰਨੀ ਚਾਹੀਦੀ ਆ। ਔਰ ਉੱਥੇ ਕਹਿਣਾ ਚਾਹੀਦਾ ਜਿਹੜੇ ਕਿਸੇ ਦੇ ਖਦਸ਼ੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਦੱਸ ਸਕਦੇ ਨੇ। ਨਾਰੰਗ ਸਾਹਿਬ ਇੱਕ ਸਵਾਲ ਜਿਹੜਾ ਨਾਰੰਗ ਸਾਹਿਬ ਦਰਸ਼ਕਾਂ ਦੀ ਬਿਹਤਰੀ ਲਈ ਜਾਂ ਉਹਨਾਂ ਦੀ ਜਾਣਕਾਰੀ ਲਈ ਇੱਕ ਸਵਾਲ ਹੀ ਉੱਭਰਿਆ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਹੈ। ਅਗਲੇ ਸਾਲ ਆਪਾਂ ਸਾਰੇ ਜਾਣਦੇ ਹਾਂ 5-6 ਮਹੀਨੇ ਪਹਿਲਾਂ ਤਾਂ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ। ਹੁਣ ਇਹੋ ਜਿਹੇ ਨਾਜ਼ੁਕ ਮੁੱਦੇ ਨੂੰ ਕੀ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਤੱਕ ਨਹੀਂ ਸੀ ਉਡੀਕਿਆ ਜਾ ਸਕਦਾ ਕਿ ਬਾਅਦ 'ਚ ਇਸ ਮਾਮਲੇ 'ਤੇ ਜੇ ਭਾਜਪਾ ਹੀ ਜਿਹੜੀ ਕਿ ਪਾਰਲੀਮੈਂਟ 'ਚ ਆਉਂਦੀ ਹੈ ਬਹੁਮਤ ਲੈ ਕੇ, ਉਸ ਮੁੱਦੇ 'ਤੇ ਗੱਲ ਕਰਨੀ ਹੁੰਦਾ ਸੀਗਾ ਕਿ ਵੱਖਰੀ ਕਿਸਮ ਦਾ ਵਰਤਾਰਾ ਹੋਣਾ ਸੀ। ਹੁਣ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਦਾ ਮਾਮਲਾ ਆ ਰਿਹਾ, ਕਿਧਰੇ ਵੀ ਇਹਦੇ 'ਚ ਜਲਦਬਾਜ਼ੀ ਕੀਤੀ ਜਾ ਰਹੀ। ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਦਾ ਮਤਲਬ ਇਹ ਹੈ ਕਿ ਕਿਸੇ ਧਿਰ ਨੂੰ ਖੁਸ਼ ਕਰਕੇ ਰਾਜਨੀਤੀ ਕਰਨੀ। ਇਹ ਖਦਸ਼ੇ ਇਹਨਾਂ ਦੇ ਨਾਲ ਜੁੜੇ ਹੋਏ ਇਹਨਾਂ ਗੱਲਾਂ ਨਾਲ। ਨਹੀਂ ਸਿੱਧੂ ਸਾਹਿਬ, ਐਸਾ ਕੋਈ ਖਦਸ਼ਾ ਨਹੀਂ ਆ। ਬੀਇੰਗ ਏ ਪੋਲੀਟੀਕਲ ਪਾਰਟੀ, ਜਦੋਂ ਤੁਸੀਂ ਕੁਝ ਮੈਨੀਫੈਸਟੋ ਦੇ ਕੇ 2019 ਚ ਆਏ ਹੋ, ਜੇ ਤੁਸੀਂ 2024 ਚ ਲੋਕਾਂ ਦੀ ਕਚਹਿਰੀ ਚ ਜਾਣਾ ਤਾਂ ਤੁਸੀਂ ਕੁਝ ਦੱਸਣਾ ਵੀ ਹੈਗਾ ਨਾ। ਅਸੀਂ ਆਪਣੇ ਚੋਣ ਮੈਨੀਫੈਸਟੋ ਨੂੰ ਪੂਰਾ ਕਰ ਰਹੇ, ਮੈਂ ਹੈਲਦੀ ਡਿਬੇਟ ਲਈ ਤਿਆਰ ਆ। ਪਾਰਲੀਮੈਂਟ ਚ ਹੈਲਦੀ ਡਿਬੇਟ ਹੋਣੀ ਚਾਹੀਦੀ ਆ। ਜਿਹਨਾਂ ਵੀ ਕਮਿਊਨਿਟੀ ਦੇ, ਚਾਹੇ ਸਿੱਖ ਭਾਈਚਾਰੇ ਦੇ, ਚਾਹੇ ਮੁਸਲਿਮ ਭਾਈਚਾਰੇ ਦੇ ਨੇ, ਉਹਨਾਂ ਦੇ ਜੋ ਇਤਰਾਜ਼ ਆ, ਜੋ ਉਹਦੇ ਚੋਂ ਨਾਲ ਅਮੈਂਡਮੈਂਟ ਚਾਹੁੰਦੇ ਨੇ, ਜੋ ਉਹਦੇ ਚੋਂ ਚਾਹੁੰਦੇ ਨੇ ਕਿ ਆਹ ਪ੍ਰੋਵਾਈਜ਼ੋ ਲੱਗੇ, ਜੇ ਯੂਨੀਫਾਰਮ ਸਿਵਲ ਕੋਡ ਹੋਵੇ ਤਾਂ ਆਹ ਪ੍ਰੋਵਾਈਜ਼ੋ ਲੱਗੇ ਵੀ ਇਸ ਤੋਂ ਅੱਗੇ ਦਖਲ ਨਹੀਂ ਦਿੱਤਾ ਜਾਊਗਾ। ਸਭ ਤੇ ਚਰਚਾ ਕਾਨੂੰਨ ਬਣਨਾ ਚਾਹੀਦਾ। ਅਸੀਂ ਤਾਂ ਹੈਲਦੀ ਡਿਬੇਟ ਲਈ ਤਿਆਰ ਆ। ਜੇ ਕਿਸੇ ਵੀ ਕਮਿਊਨਿਟੀ ਦਾ ਕੋਈ ਵਿਚਾਰ ਹੈ, ਉਹ ਵਿਚਾਰਾਂ ਨੂੰ ਐਡ ਕੀਤਾ ਜਾ ਸਕਦਾ, ਪਰ ਆਪਾਂ ਸਿਰਫ ਇਸ ਗੱਲ ਲਈ ਕਿ ਵਿਰੋਧ ਕਰਨਾ ਠੀਕ ਨਹੀਂ ਹੈ। ਨਾਰੰਗ ਸਾਹਿਬ ਬਿਲਕੁਲ ਤੁਸੀਂ ਵਜ੍ਹਾ ਫਰਮਾ ਰਹੇ ਹੋ, ਪਰ ਜਿਹੜੇ ਖਦਸ਼ਿਆਂ ਦੇ ਵਿੱਚ ਇੱਕ ਵੱਡਾ ਖਦਸ਼ਾ ਇਹ ਵੀ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਿਉਂ ਲੱਗਦਾ ਕਿ ਸਰਕਾਰ ਇਸ ਮਾਮਲੇ 'ਤੇ ਫੈਸਲਾ ਲੈਣ ਜਾ ਰਹੀ ਹੈ। ਇਹ ਵੱਡਾ ਮਾਮਲਾ ਜਿਹਦੇ ਮਾਮਲੇ 'ਤੇ ਸਵਾਲ ਉੱਠ ਰਹੇ ਹੈ। ਮੈਂ ਤਾਂ ਸਿੱਧੂ ਸਾਹਿਬ ਉਹੀ ਗੱਲ ਕਹਿ ਰਹੇ, ਹਾਲ ਤੱਕ ਪਾਰਲੀਮੈਂਟ 'ਚ ਡਿਬੇਟ ਚੱਲ ਰਹੀ ਆ। ਸ਼੍ਰੋਮਣੀ ਅਕਾਲੀ ਦਲ ਦੇ ਵੀ ਮੈਂਬਰ ਪਾਰਲੀਮੈਂਟ ਨੇ, ਮੁਸਲਿਮ ਕਮਿਊਨਿਟੀ ਦੇ ਵੀ ਮੈਂਬਰ ਪਾਰਲੀਮੈਂਟ ਨੇ। ਆਪਾਂ ਨੂੰ ਉਸ ਡਿਬੇਟ 'ਚ ਪਾਰਟਿਸਿਪੇਟ ਕਰਕੇ ਆਪਣੇ ਖਦਸ਼ੇ ਨੋਟ ਕਰਾ ਦੇਣੇ ਚਾਹੀਦੇ ਨੇ ਤੇ ਇਹ ਵੀ ਦੱਸਣਾ ਚਾਹੀਦਾ ਕਿ ਜੇ ਇਹ ਐਕਟ ਤੁਸੀਂ ਲਾਗੂ ਕਰੋਗੇ ਤਾਂ ਸਾਡੇ ਆਹ ਹਿੱਤਾਂ ਦਾ ਧਿਆਨ ਰੱਖਣਾ। ਜੀ ਬਿਲਕੁਲ ਤੁਹਾਡਾ ਨਾਰੰਗ ਸਾਹਿਬ, ਬਿਲਕੁਲ ਤੁਹਾਡਾ ਵਿਊ ਬਣਾ ਗਿਆ। ਮੈਂ ਸਮੇਂ ਦੇ ਲਿਹਾਜ਼ ਨਾਲ ਬਾਕੀ ਮਹਿਮਾਨਾਂ ਤੋਂ ਵੀ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਜਿਹੜੀ ਇਸ ਮੁੱਦੇ ਤੇ ਰਹਿ ਲੈ ਲਈ। ਮਠਾੜੂ ਸਾਹਿਬ, ਤੁਹਾਡੇ ਤੋਂ ਇਸ ਮਾਮਲੇ 'ਤੇ ਜੋ ਗੱਲ ਕੀਤੀ ਹੈ ਨਾਰੰਗ ਸਾਹਿਬ ਨੇ, ਉਹ ਕਹਿੰਦੇ ਇੰਨੀ ਵੱਡੀ ਸਾਡੀ ਸਾਂਝ ਰਹੀ ਹੈ, ਦਹਾਕਿਆਂ ਤੱਕ ਸਾਡੀ ਸਾਂਝ ਰਹੀ ਹੈ। ਅਕਾਲੀ ਦਲ ਨੂੰ ਬਿਹਤਰ ਕੌਣ ਸਮਝ ਸਕਦਾ ਕਿ ਅਸੀਂ ਇਹੋ ਜਿਹੀ ਕੋਈ ਦਖਲਅੰਦਾਜ਼ੀ ਵਾਲੀ ਗੱਲ ਜਾਂ ਕਿਸੇ ਧਰਮ ਦੇ ਵਿੱਚ ਦਖਲ ਜਾਂ ਖਤਰਾ ਬਣ ਹੀ ਨਹੀਂ ਸਕਦੇ। ਦੇਖੋ, ਜਿਹੜੀ ਦਖਲਅੰਦਾਜ਼ੀ ਵਾਲੀ ਗੱਲ ਧਰਮ ਦੇ ਵਿੱਚ ਕਰਦੇ ਆ ਉਹ ਤਾਂ ਇਹ ਨਾ ਹੀ ਕਰਨ। ਦਿੱਲੀ SGPC ਦੇ ਵਿੱਚ ਸਿੱਧਾ ਦਖਲ ਦਿੱਤਾ, ਹਰਿਆਣਾ ਦੇ ਵਿੱਚ ਸਿੱਧਾ ਦਖਲ ਦਿੱਤਾ। ਦਖਲਅੰਦਾਜ਼ੀ ਤਾਂ ਦੇਖੋ ਹੁੰਦੀ ਹੈ। ਬਾਕੀ ਗੱਲ ਇਹ ਜਿਹੜੀ ਵਾਰ-ਵਾਰ ਕਹਿੰਦੇ ਆ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਰੱਖਿਆ ਸੀ, ਹੁਣ ਅਸੀਂ ਲੋਕਾਂ ਦੇ ਵਿੱਚ ਜਾਣਾ। ਜੇ ਤੁਸੀਂ ਮੈਨੀਫੈਸਟੋ ਦੇ ਵਿੱਚ ਕੋਈ ਗਲਤ ਚੀਜ਼ ਰੱਖ ਦਿਓਗੇ ਔਰ ਉਹਨੂੰ ਪੂਰਾ ਕਰਨ ਵਾਸਤੇ ਫਿਰ ਤੁਸੀਂ ਜਿਹੜਾ ਦੇਸ਼ ਦਾ ਨੁਕਸਾਨ
ਕਿਸੇ ਕਮਿਊਨਿਟੀ ਦਾ ਨੁਕਸਾਨ ਥੋੜੋ ਕਰ ਦਿਓਗੇ। ਇਹ ਗੱਲ ਨੂੰ ਰਿਅਲਾਈਜ਼ ਵੀ ਕੀਤਾ ਜਾ ਸਕਦਾ ਵੀ ਭਾਈ ਇਹ ਸਾਡੇ ਤੋਂ ਮੈਨੀਫੈਸਟੋ ਦੇ ਵਿੱਚ ਗਲਤ ਰੱਖਿਆ ਗਿਆ ਸੀ, ਇਹ ਨਹੀਂ ਹੋ ਸਕਦਾ। ਦੇਸ਼ ਦੀ ਜਿਹੜੀ ਹੈਗੀ ਅਖੰਡਤਾ ਨੂੰ ਦੇਖਦੇ ਹੋਏ, ਸਾਰੇ ਭਾਈਚਾਰਿਆਂ ਨੂੰ ਦੇਖਦੇ ਹੋਏ, ਸਾਰੇ ਧਰਮਾਂ ਦਾ ਸਤਿਕਾਰ ਦੇਖਦੇ ਹੋਏ ਇਹ ਸਾਨੂੰ ਵਿਡਰਾ ਕਰਨਾ ਪਏਗਾ। ਇਹ ਕਿੱਡੀ ਕੁ ਵੱਡੀ ਗੱਲ ਹੁੰਦੀ ਹੈ। ਜੇ ਤੁਸੀਂ ਆਪਣੀ ਜਿੱਦ ਪੁਗਾਉਣ ਨੂੰ ਤੁਸੀਂ ਕਿਹਾ ਉਹਦੇ 'ਚ ਅਮੈਂਡਮੈਂਟ ਕਰਾਂਗੇ, ਜਦੋਂ ਖੇਤੀ ਕਾਨੂੰਨ 3 ਖੇਤੀ ਕਾਨੂੰਨ ਆਏ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹੀ ਗੱਲ ਕਹੀ ਸੀ ਕਿ ਇਹਦੇ ਵਿੱਚ MSP ਦੀ ਗਾਰੰਟੀ ਦੇ ਦਿਓ। ਤੁਸੀਂ ਕਹਿੰਦੇ ਮੌਕੇ ਤੇ ਵਿਚਾਰਿਆ ਜਾਊਗਾ, ਤੇ ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਪਾਸ ਕਰ ਦਿੱਤਾ। ਤਾਂ ਇਹ ਜਿਹੜੇ ਖਦਸ਼ੇ ਹੈਗੇ ਆ, ਜਦੋਂ ਉਦੋਂ ਨਹੀਂ ਤੁਸੀਂ ਅਮੈਂਡਮੈਂਟ ਕੀਤੀ ਜਾਂ ਉਦੋਂ ਸੋਚ ਦੇ ਵਿੱਚ ਨਹੀਂ, ਚਲੋ ਬਾਅਦ 'ਚ ਚਾਹੇ ਵਾਪਸ ਹੋਇਆ ਕੁਝ ਹੋਇਆ, ਪਰ ਹੁਣ ਵੀ ਕੀ ਗਾਰੰਟੀ ਹੈ? ਡਿਬੇਟ ਕਰਕੇ ਫਿਰ ਪਹਿਲਾਂ ਡਿਬੇਟ ਹੀ ਕਰ ਲੈਂਦੇ ਨਾ, ਬਾਅਦ ਦੇ ਵਿੱਚ ਜਿਹੜੀ ਇਹ ਗੱਲ ਸਾਹਮਣੇ ਆ ਜਾਂਦੀ, ਪਹਿਲਾਂ ਪੁੱਛ ਹੀ ਲੈਂਦੇ ਸਾਰਿਆਂ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਨਹੀਂ, ਇਹ ਥੋੜੀ ਜੀ ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵੀ ਬਣਾਗਾ। ਬਾਕੀ ਮਹਿਮਾਨਾਂ ਤੋਂ ਵੀ ਆਪਾਂ ਜ਼ਰੂਰ ਦੇ ਦਿੱਤੇ ਸੰਖੇਪ ਵਿੱਚ ਕਮੈਂਟ। ਪ੍ਰੋਫੈਸਰ ਮਨਜੀਤ ਸਿੰਘ, ਬਹਿਸ ਨੂੰ ਸਮੇਟਣ ਤੋਂ ਪਹਿਲਾਂ ਤੁਹਾਡੇ ਕੋਲੋਂ ਵੀ ਇਸੇ ਮਾਮਲੇ ਤੇ ਨਾਰੰਗ ਸਾਹਿਬ ਬਾਰ-ਬਾਰ ਕਹਿ ਰਹੇ ਕਿ ਇਹ ਤਾਂ ਬਹਿਸ ਦਾ ਮਾਮਲਾ ਹੈ, ਸਾਰਿਆਂ ਦੀ ਸਹਿਮਤੀ ਦਾ ਮਾਮਲਾ ਹੈ, ਫਿਰ ਕਿਉਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਹੈ? ਜਾਂ ਦੇਸ਼ ਟੁੱਟ ਸਕਦਾ ਹੈ, ਜਾਂ ਭੜਕਾਹਟ ਪੈਦਾ ਹੋ ਸਕਦੀ ਹੈ, ਅਗਾਂਹ ਲੱਗ ਸਕਦੀਆਂ, ਇਹੋ ਜਿਹੇ ਵੱਡੇ ਖਦਸ਼ੇ ਕਿਉਂ ਹੈ? ਮੈਂ ਤਾਰੀਫ ਕਰਨ ਤੋਂ ਨਹੀਂ ਰਹਿ ਸਕਦਾ ਨਾਰੰਗ ਸਾਹਿਬ ਦੀ। ਉਹਨਾਂ ਨੇ ਬਹੁਤ ਹੀ ਪਰਸੂਏਸਿਵ ਢੰਗ ਨਾਲ, ਤੇ ਸਾਡੀਆਂ ਇੰਨੇ ਅਸੀਂ ਸਾਰੇ ਤਿੰਨੇ ਇੱਕੋ ਪਾਸੇ ਨੂੰ ਬੋਲ ਰਹੇ, ਉਹਨਾਂ ਨੇ ਬੜੀ ਸਹਿਣਸ਼ੀਲਤਾ ਨਾਲ ਗੱਲ ਕੀਤੀ ਹੈ। ਇੱਕ ਚੰਗਾ ਐਜ਼ ਏ ਸਪੋਕਸਮੈਨ ਬਹੁਤ ਵਧੀਆ ਰਿਪਰੈਜ਼ੈਂਟੇਸ਼ਨ ਕੀਤੀ ਹੈ। ਪਰ ਨਾਰੰਗ ਜੀ, ਸਾਡਾ ਤੁਹਾਡੇ ਨਾਲ ਨਿੱਜੀ ਕੋਈ ਨਹੀਂ ਹੈ। ਅਸੀਂ ਇੱਕ ਹੋਰ ਜਗ੍ਹਾ ਤੋਂ ਸੋਚ ਰਹੇ ਹਾਂ ਕਿ ਇਹਦੀ ਰਿਜ਼ਲਟ ਕੀ ਨਿਕਲ ਸਕਦੇ। ਤੁਹਾਡੀਆਂ ਜਾਂ BJP ਦੀਆਂ ਇੰਟੈਂਸ਼ਨ ਜਿੰਨੀਆਂ ਮਰਜ਼ੀ ਬੜੀਆਂ ਪਾਕ ਹੋਣ, ਸੁਣੋ, ਜਿੱਦਣ ਪ੍ਰਧਾਨ ਮੰਤਰੀ ਆਉਂਦੇ ਆ ਉਹਨਾਂ ਦੇ ਇੱਕ ਉੱਥੇ ਵਾਈਟ ਹਾਊਸ ਦੇ ਵਿੱਚ ਸਬਰੀਨਾ ਸਦੀਕੀ ਨੇ, ਜਿਹੜੀ ਵਾਲ ਸਟਰੀਟ ਦੀ ਜਰਨਲ ਆ, ਉਹਨੇ ਇੱਕ ਸਵਾਲ ਕੀਤਾ ਕਿ ਤੁਹਾਡੇ ਦੇਸ਼ 'ਚ ਆ ਹੋ ਰਿਹਾ, ਘੱਟ ਗਿਣਤੀਆਂ ਤੋਂ ਜਦੋਂ ਤੁਸੀਂ ਵਾਪਸ ਜਾਓਗੇ ਉਹ ਭਰੋਸਾ ਦੇ ਪਾਓਗੇ? ਉੱਥੇ ਪ੍ਰਧਾਨ ਮੰਤਰੀ ਕੋ ਕੋਈ ਸੋਲਿਡ ਜਵਾਬ ਨਹੀਂ ਸੀ। ਉਹਨਾਂ ਨੇ ਮੀਡੀਆ ਦੀ ਵੀ ਗੱਲ ਕੀਤੀ ਕਿ ਮੀਡੀਆ ਵੀ ਤੁਹਾਡੇ ਉੱਥੇ ਫ੍ਰੀ ਨਹੀਂ ਹੈ, ਕੀ ਤੁਸੀਂ ਉਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਦੇ ਪਾਓਗੇ? ਸਾਰਾ ਟਰੋਲ ਕਰਤਾ। ਮੈਂ ਦੇਖੋ, ਸੁਣੋ, ਉਹਨੂੰ ਕੋਈ ਜਵਾਬ ਦੇਣ ਦੀ ਜਗ੍ਹਾ, ਇੱਕ ਮਿੰਟ ਜੀ, ਜਵਾਬ ਦੇਣ ਦੀ ਜਗ੍ਹਾ ਆਉਂਦਿਆਂ ਹੀ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆ ਉਹ ਇਸ ਗੱਲ ਤੇ ਫੋਕਸ ਹੋ ਗਿਆ। ਤੁਸੀਂ ਜੇ ਖੁਦ ਓਰੀਜਨਲ ਭਾਸ਼ਣ ਪ੍ਰਧਾਨ ਮੰਤਰੀ ਦਾ ਇੱਥੇ ਆ ਕੇ ਸੁਣੋ, ਉਸ ਦਾ ਉਹਨਾਂ ਨੇ ਕੀ ਕਹਿ ਰਿਹਾ ਕਿ ਇੱਕ ਪਰਿਵਾਰ ਦੇ ਵਿੱਚ 2 ਕਾਨੂੰਨ ਨਹੀਂ ਹੋ ਸਕਦੇ। ਭਾਈ ਕਨਸਟੀਟਿਊਸ਼ਨ ਤੇ ਸਾਰਿਆਂ ਲਈ ਸਾਂਝਾ, ਕੀ ਮੁਸਲਮਾਨ ਤੇ ਹਿੰਦੂ ਤੇ ਬਾਕੀ ਪਾਰਸੀ ਸਾਰੇ ਉਸ ਗੱਲ ਨੂੰ, ਕਨਸਟੀਟਿਊਸ਼ਨ ਨੂੰ ਮੰਨ ਨਹੀਂ ਰਹੇ? ਕਾਨੂੰਨ ਤੇ ਇੱਕੋ ਹੀ ਹੈ ਸਾਰਿਆਂ ਲਈ। ਅਸੀਂ ਸਾਰੇ ਸੰਵਿਧਾਨ ਨੂੰ ਮੰਨੇ, ਤੁਸੀਂ ਪੇਸ਼-ਇੰਜ ਕਰ ਰਹੇ ਆ ਕਿ 2 ਕਾਨੂੰਨ ਚੱਲ ਰਹੇ ਆ, ਤੇ ਇਹ ਅਸੀਂ 2 ਕਾਨੂੰਨ ਹੋ ਨਹੀਂ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਘੱਟੋ ਘੱਟ ਇਹੋ ਜੀ ਭਾਸ਼ਾ, ਡਿਵਾਈਡਿੰਗ ਭਾਸ਼ਾ ਨਹੀਂ ਸੀ ਵਰਤਣੀ ਚਾਹੀਦੀ। ਥੈਂਕ ਯੂ ਪ੍ਰੋਫੈਸਰ ਸਾਹਿਬ। ਅਮਰਿੰਦਰ ਜੀ, 2 ਲਾਈਨਾਂ ਦਾ ਕਮੈਂਟ ਪਲੀਜ਼। ਮੇਰੀ ਤਾਂ ਸਿਰਫ ਸਰ ਇਹੀ ਬੇਨਤੀ ਹੈ ਪੰਜਾਬ ਦੇ ਸਾਰੇ ਲੋਕਾਂ ਵੱਲੋਂ, ਸਾਰੀ ਮਿਨੋਰਟੀਜ਼ ਵੱਲੋਂ, ਸਾਰੇ ਲੋਕੀ ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਨਸੀਬ ਨਹੀਂ ਹੋ ਰਹੀ, ਕਿ ਪਹਿਲਾਂ ਸਾਨੂੰ ਰੋਟੀ ਦਿਵਾਓ, ਬਾਅਦ 'ਚ ਮੁਸਲਮਾਨਾਂ ਦੇ ਡਾਈਵੋਰਸ ਦਾ ਤੈਅ ਕਰ ਲਿਓ ਵੀ ਕਿੱਦਾਂ ਦਾ ਹੋਣਾ ਚਾਹੀਦਾ। ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਪਹਿਲਾਂ ਰੋਟੀ ਦਾ ਇੰਤਜ਼ਾਮ ਕਰ ਦਿਓ। ਨਾਰੰਗ ਜੀ, ਬਹਿਸ ਮੈਂ ਤੁਹਾਡੇ ਕਮੈਂਟ ਨਾਲ ਸਮੇਟਣੀ ਚਾਹਾਂਗਾ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਨੂੰ ਇੱਕਦਮ ਅਮਰੀਕਾ ਤੋਂ ਆ ਕੇ ਜੋ ਕਮੈਂਟ ਕੀਤੇ, ਇਸ ਤਰ੍ਹਾਂ ਦੇ ਕਮੈਂਟ ਜਿਹੜੇ ਨਹੀਂ ਕਰਨੇ ਚਾਹੀਦੇ ਸੀਗੇ, ਜਿਹਦੇ ਨਾਲ ਘੱਟ ਗਿਣਤੀ ਦੇ ਅੰਦਰ ਹੋਰ ਖਾਸਾ, ਕਹਿੰਦੇ ਦੇਸ਼ ਇੱਕ ਕਾਨੂੰਨ ਦੇ ਅਧੀਨ ਹੀ ਤਾਂ ਚੱਲ ਰਿਹਾ। ਪਹਿਲਾਂ ਕਿਹੜੇ 2 ਕਾਨੂੰਨ ਆ ਦੇਸ਼ ਅੰਦਰ? ਦੇਖੋ ਸਿੱਧੂ ਸਾਹਿਬ, ਜਿਹੜੀ ਗੱਲ ਚੱਲ ਰਹੀ ਹੈ ਯੂਨੀਫਾਰਮ ਸਿਵਲ ਕੋਡ ਦੀ, ਦੇਸ਼ ਦੇ ਵਿੱਚ ਕਈ ਤਰ੍ਹਾਂ ਦੀ ਇਹ 2 ਚੀਜ਼ਾਂ ਚੱਲ ਰਹੀਆਂ ਨੇ, ਤਾਂ ਹੀ ਆਪਾਂ ਇਹ ਆਏ ਨਾ। ਹੁਣ ਜਿਵੇਂ ਧਾਰਾ 370 ਤੇ ਆਪਾਂ ਆਏ, ਧਾਰਾ 370 ਦੇ ਨਾਲ ਉੱਥੇ ਜਿਹੜਾ ਵਾ ਅਲੱਗ ਮਾਹੌਲ ਸੀਗਾ। ਇਹਨਾਂ ਨੂੰ ਮਠਾਰੂ ਸਾਹਿਬ ਨੂੰ ਤਾਂ ਪਤਾ ਵਾ ਕਿ ਜੇ ਆਪਣੇ ਇੱਥੇ ਇੰਡੀਆ 'ਚ ਇੰਡੀਅਨ ਪੀਨਲ ਕੋਡ ਲੱਗਦਾ, ਤੇ ਜਦੋਂ JNK 'ਚ ਜਾ ਕੇ ਉਹ ਰਣਬੀਰ ਪੈਨਲ ਕੋਡ ਹੋ ਜਾਂਦਾ ਸੀ। ਸੈਕਸ਼ਨ ਉਹੀ ਆ, ਸਾਰਾ ਕੁਝ, ਕਈ ਚੀਜ਼ਾਂ ਦੇ ਬਹੁਤ ਫਰਕ ਨੇ। ਧਾਰਾ 370 ਤੋਂ ਬਾਅਦ ਕਈ ਚੀਜ਼ਾਂ ਉੱਤੇ ਸੁਧਰੀਆਂ ਨੇ, ਔਰ ਯੂਨੀਫਾਰਮ ਸਿਵਲ ਕੋਡ ਤੋਂ ਬਾਅਦ ਵੀ ਸੁਧਰੇਗਾ। ਇੱਥੇ ਹੀ ਆਪਾਂ ਡਿਬੇਟ ਕਰਾਂਗੇ, ਮਨਜੀਤ ਸਿੰਘ ਜੀ ਵੀ ਤਾਰੀਫ ਕਰਨਗੇ, ਅਮਰਿੰਦਰ ਜੀ ਵੀ ਤਾਰੀਫ ਕਰਨਗੇ, ਆਪਾਂ ਇੰਤਜ਼ਾਰ ਰਹੇਗਾ ਉਸ ਦਿਨ ਦਾ ਜਿਸ ਦਿਨ ਇਹਨਾਂ ਮੁੱਦਿਆਂ ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਕੋਈ ਫੈਸਲਾ ਲਿਆ ਜਾਏਗਾ। ਨਾਰੰਗ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸਾਂਝੇ ਸਿਵਲ ਕੋਡ ਦਾ ਮੁੱਦਾ, ਦੇਸ਼ ਅੰਦਰ ਭਖਵੀਂ ਬਹਿਸ, ਘੱਟ ਗਿਣਤੀਆਂ ਵੱਲੋਂ ਆਪਣੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹੈ, ਜਦੋਂ ਕਿ ਹਾਕਮ ਧਿਰ ਦਾ ਕਹਿਣਾ ਹੈ ਇਕਸਾਰਤਾ ਦਾ ਮਾਮਲਾ, ਇੱਕ ਦੇਸ਼ ਦੇ ਅੰਦਰ 2 ਕਾਨੂੰਨ ਕਿਵੇਂ? ਸਵਾਲ ਇਹ ਵੀ ਹੈ ਕਿ ਕੀ ਪਹਿਲਾਂ 2 ਕਾਨੂੰਨਾਂ ਅਧੀਨ ਚੱਲ ਰਿਹਾ ਦੇਸ਼? ਇਹਨਾਂ ਮੁੱਦਿਆਂ ਤੇ ਆਉਣ ਲਈ ਆਪਾਂ ਸਾਰੇ ਮਹਿਮਾਨਾਂ ਦੇ ਧੰਨਵਾਦੀ ਹਾਂ। ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।